10 ਸਾਲ ਕਿਵੇਂ ਉਹਦੇ ਆਪਣੇ ਸਕੇ ਪਿਓ ਨੇ ਉਹਦੇ ਨਾਲ ਬਲਾਤਕਾਰ ਕੀਤਾ, ਕਿਵੇਂ ਉਹਨੂੰ ਤਾੜੀ ਰੱਖਿਆ, ਕਿਵੇਂ ਭੁੱਖੇ ਰੱਖਿਆ। ਯਾਨੀ ਜ਼ੁਲਮ ਦੁਨੀਆ ਦੇ ਹਰ ਹਿੱਸੇ ਵਿੱਚ ਨੇ। ਉਸਨੂੰ ਇਨਸਾਨ ਤਾਂ ਨਹੀਂ ਕਵਾਂਗੇ, ਉਸਨੂੰ ਤਾਂ ਹੈਵਾਨ ਕਵਾਂਗੇ ਜਿਸਨੇ ਉਸਦੀ ਬੋਡੀ ਦੇ 35 ਪਾਰਟ ਕਰ ਦਿੱਤੇ। ਆਮ ਬੰਦਾ ਕਿ ਘਰ ਵਿੱਚ ਤੁਹਾਡੇ ਟੋਟੇ ਕਰ ਕੀਤੀ ਹੋਈ ਲਾਸ਼ ਪਈ ਹੋਵੇ ਤੇ ਉਸ ਵੇਲੇ ਬੰਦਾ 2 ਹੋਰ ਵੱਖੋ ਵੱਖਰੀਆਂ ਔਰਤਾਂ ਨਾਲ ਜਿਸਮਾਨੀ ਸੰਬੰਧ ਤੱਕ ਬਣਾ ਰਿਹਾ ਹੋਵੇ, ਉਹਨੂੰ ਨਾਰਮਲ ਗਿਣਿਆ ਹੀ ਨਹੀਂ ਜਾ ਸਕਦਾ। ਕਿ ਰਿਲੀਜੀਅਸ ਫਰੀडम ਜਿਹੜੀ ਹੈ ਉਹ ਕਈ ਥਾਵਾਂ ਤੇ ਬੜੇ ਅਜੀਬ ਤਰੀਕੇ ਕੈਦ ਔਰਤਾਂ ਨੂੰ ਜਕੜਦੀ ਹੈ। ਕ੍ਰਿਮੀਨਲਸ ਜੋ ਕਿ ਬਹੁਤ ਜ਼ਿਆਦਾ ਰੱਜੇ ਪੁੱਜੇ ਘਰਾਂ ਵਿੱਚੋਂ ਵੀ ਨੇ ਤੇ ਅੱਤ ਦੇ ਗਰੀਬ ਵੀ ਨੇ। ਕੁੜੀਆਂ ਦੀ ਗਿਣਤੀ ਦੇਖ ਰਹੇ ਹਾਂ ਕਿ ਉਹ ਜ਼ਿਆਦਾ ਪੜ੍ਹ ਲਿਖ ਰਹੀਆਂ ਨੇ, ਜ਼ਿਆਦਾ ਅਗਾਂਹ ਲੰਘ ਰਹੀਆਂ ਨੇ, ਜ਼ਿਆਦਾ ਚੰਗੀਆਂ ਨੌਕਰੀਆਂ ਲੈ ਰਹੀਆਂ ਨੇ। ਸੋ ਉਹ ਇੱਕ ਸਾੜਾ ਪੈਦਾ ਕਰ ਰਿਹਾ ਇੱਕ ਸੈਕਸ਼ਨ ਦੇ ਵਿੱਚ, ਜਿਹੜੇ ਇਹ ਕ੍ਰਿਮੀਨਲਸ ਨੂੰ ਅੱਗੋਂ ਵਧਾ ਰਹੇ ਨੇ, ਇਹਨਾਂ ਨੂੰ ਯਾਨੀ ਪ੍ਰਮੋਟ ਕਰਦੇ ਪਏ ਨੇ। ਇੱਕ ਦੂਜੇ ਨੂੰ ਮਾਰ ਕੁਟਾਈ ਤੱਕ ਵੀ ਪਹੁੰਚ ਜਾਂਦੇ ਆ, ਕਤਲ ਤੱਕ ਵੀ ਪਹੁੰਚ ਜਾਂਦੇ ਆ ਕਿ ਜੇ ਮੇਰੀ ਨਹੀਂ ਹੋਣਾ ਤਾਂ ਕਿਸੇ ਦੀ ਵੀ ਨਾ ਹੋ। ਇਹ ਸੋਚ ਬਹੁਤ ਵਿਗਾੜ ਵਾਲੀ। ਮਨ ਬਹੁਤ ਤਗੜਾ ਹੋਣਾ ਚਾਹੀਦਾ ਜੀ। ਮਨ ਨੂੰ ਟ੍ਰੇਨ ਕਰਨਾ ਅਸੀਂ ਸਿਖਾਉਂਦੇ ਨਹੀਂ, ਉਹ ਤਾਂ ਬੜਾ ਛੇਤੀ ਬੇਕਾਬੂ ਹੋ ਜਾਣ ਵਾਲਾ ਅਸੀਂ ਬਣਾ ਦਿੱਤਾ। ਇਹ ਜੋ ਡਿਵੀਜ਼ਨ ਆਫ ਲੇਬਰ ਅਸੀਂ ਕਦੇ ਸਿਖਾਈ ਨਹੀਂ, ਸਿਰਫ ਇੱਕ ਧੌਂਸ ਜਮਾਉਣੀ ਸਿਖਾਈ ਆਪਣੇ ਪੁੱਤਰ ਨੂੰ ਕਿ ਤੂੰ ਧੀ ਦੇ ਉੱਪਰ ਭਾਰੂ ਹੈ, ਇਸੇ ਤਰ੍ਹਾਂ ਤੂੰ ਭੈਣ ਦੇ ਉੱਪਰ, ਤੂੰ ਆਪਣੀ ਪਤਨੀ ਦੇ ਉੱਪਰ। ਇਹ ਸਾਰੀਆਂ ਚੀਜ਼ਾਂ ਜੋ ਅਸੀਂ ਉਹਨੂੰ ਸਿਖਾਉਂਦੇ ਆ ਉਹਦੇ ਸਾਹਮਣੇ ਦਿਖਦੀਆਂ ਵੀ ਨੇ। ਉਹੀ ਕਾਰਨ ਹੈ ਕਿ ਉਹ ਸੇਮ ਸੋਚ ਅਗਾਂਹ ਲੈ ਕੇ ਜਾਂਦਾ। ਜੇ ਆਜ਼ਾਦੀ ਕੁਝ ਵੱਖ ਕਿਸਮ ਦੀ ਹੁੰਦੀ ਜੇ ਜਿੱਥੇ ਤੁਹਾਡੀ ਸੋਚ ਆਜ਼ਾਦ ਹੋਵੇ, ਤੁਹਾਡੇ ਵਿਚਾਰ ਇੰਨੇ ਉੱਚ ਪੱਧਰੀ ਹੋ ਜਾਣ ਕਿ ਲੋਕ ਤੁਹਾਡੇ ਬਦੋਬਦੀ ਨਾਲ ਖਿੱਚੇ ਜਾਣ। ਲੋਕ ਬਿਲਕੁਲ ਵੀ ਠੀਕ ਹੋ ਸਕਣ ਵਾਲੇ ਹਾਲਤ ਵਿੱਚ ਨਹੀਂ ਹੁੰਦੇ, ਇਹਨਾਂ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ। ਇਹ ਪ੍ਰੋਗਰਾਮ ਹੈ ਜਿਸ ਵਿੱਚ ਆਪਾਂ ਲੈਂਦੇ ਆ ਵੱਖੋ ਵੱਖਰੇ ਟੌਪਿਕਸ ਜਿਨ੍ਹਾਂ ਤੇ ਗੱਲਬਾਤ ਕਰਨੀ ਬੇਹੱਦ ਜ਼ਰੂਰੀ ਹੁੰਦੀ ਹੈ। ਉਹ ਟੌਪਿਕ ਹੁੰਦੇ ਨੇ ਜਿਹੜੇ ਸਮਾਜ ਦੇ ਵਿੱਚ ਚੱਲਦੇ ਕੁਝ ਅਜਿਹੇ ਮਾਮਲੇ ਹੁੰਦੇ ਨੇ ਜਿਨ੍ਹਾਂ ਨੂੰ ਵੇਖ ਕੇ ਇਨਸਾਨਾਂ ਨੂੰ ਬੜੀ ਸੱਟ ਲੱਗਦੀ ਹੈ। ਉਹ ਮਾਮਲੇ ਜਿਸ ਤੇ ਅਸੀਂ ਕਹਿੰਦੇ ਆ ਕਿ ਇਸ ਤੇ ਤਾਂ ਗੱਲਬਾਤ ਜ਼ਰੂਰ ਕਰਨੀ ਬਣਦੀ ਹੈ। ਕੋਈ ਅਜਿਹਾ ਮੰਚ ਹੋਵੇ ਜੋ ਇਹਨਾਂ ਚੀਜ਼ਾਂ ਨੂੰ ਉਜਾਗਰ ਕਰੇ, ਜੋ ਲੋਕਾਂ ਦੇ ਧਿਆਨ ਦੇ ਵਿੱਚ ਇਹ ਸਾਰੀਆਂ ਗੱਲਾਂ ਲੈ ਕੇ ਆਵੇ ਕਿ ਆਖਿਰਕਾਰ ਇਹ ਕੀ ਹੋ ਰਿਹਾ ਹੈ, ਕਿਉਂ ਹੋ ਰਿਹਾ ਹੈ, ਇਹਨਾਂ ਚੀਜ਼ਾਂ ਨੂੰ ਠੱਲ ਪਏਗੀ ਤਾਂ ਕਿਸ ਤਰੀਕੇ ਦੇ ਨਾਲ ਪਏਗੀ। ਸੋ ਐਵੇਂ ਹੀ ਗੱਲਾਂ ਬਾਤਾਂ ਕਰਦੇ ਆ ਬਿਮਾਰੀਆਂ ਨੂੰ ਲੈ ਕੇ, ਸਰੀਰ ਦੀ ਤੰਦਰੁਸਤੀ ਨੂੰ ਲੈ ਕੇ ਕਿ ਕਿਸ ਤਰੀਕੇ ਦੀ ਤੁਸੀਂ ਖੁਰਾਕ ਖਾਓ, ਕਿਵੇਂ ਤੁਸੀਂ ਰਿਸ਼ਟ ਪੁਸ਼ਟ ਰਹਿ ਸਕਦੇ ਹੋ। ਤੇ ਅਜਿਹੀਆਂ ਹੀ ਬਹੁਤ ਸਾਰੇ ਗੱਲਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ, ਜਿਸ ਤੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਅਕਸਰ ਸਾਡੇ ਨਾਲ ਪਟਿਆਲਾ ਤੋਂ ਜੁੜਦੇ ਨੇ ਡਾਕਟਰ ਹਰਸ਼ਿੰਦਰ ਕੌਰ। ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਨਵਦੀਪ ਜੀ, ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਵੇਖ ਸਕਦੇ ਨੇ ਸਭਨਾਂ ਨੂੰ ਨਿੱਘੀ ਫਤਿਹ ਜੀ। ਬਿਲਕੁਲ। ਤਾਂ ਵੈਸੇ ਤਾਂ ਡਾਕਟਰ ਹਰਸ਼ਿੰਦਰ ਕੌਰ ਕਿਸੇ ਵੀ ਅਜਿਹੀ ਗੱਲ ਦੇ ਮੁਮਤਾਜ਼ ਨਹੀਂ ਹੈਗੇ ਕਿ ਮੈਂ ਦੱਸ ਸਕਾਂ ਕਿ ਇਹ ਕਿਹੜੀ ਪਰਸਨੈਲਿਟੀ ਨੇ, ਕਿਹੜੀ ਸ਼ਖਸੀਅਤ ਨੇ, ਕਿਉਂਕਿ ਦੇਸ਼ ਵਿਦੇਸ਼ ਦੇ ਵਿੱਚ ਜਿੰਨੇ ਵੀ ਦਰਸ਼ਕ ਬੈਠੇ ਨੇ ਸਾਰੇ ਇਹਨਾਂ ਨੂੰ ਭਲੀ ਭਾਂਤ ਜਾਣਦੇ ਨੇ ਕਿ ਆਖਿਰਕਾਰ ਇਹ ਕੌਣ ਨੇ, ਕਿਹੜੀ ਸ਼ਖਸੀਅਤ ਹੈ ਜੋ ਬਤੌਰ ਬੱਚਿਆਂ ਦੇ ਇੱਕ ਡਾਕਟਰ ਨੇ, ਜਿਸ ਦੇ ਨਾਲ ਨਾਲ ਉਹ ਆਪਣਾ ਘਰ ਵੀ ਸੰਭਾਲਦੇ ਨੇ, ਨਾਲ ਨਾਲ ਇੰਟਰਵਿਊਜ਼ ਵੀ ਕਰਦੇ ਨੇ ਵੱਖੋ ਵੱਖਰੇ ਚੈਨਲਸ ਤੇ ਤੁਸੀਂ ਇਹਨਾਂ ਨੂੰ ਵੇਖਦੇ ਹੋ। ਤਾਂ ਜੇ ਮੈਂ ਅੱਜ ਦੇ ਸ਼ੋਅ ਦੀ ਗੱਲ ਕਰਾਂ ਤਾਂ ਹੁਣੇ ਐਮਰਜੈਂਸੀ ਦੇ ਵਿੱਚ ਆਪਣੀ ਡਿਊਟੀ ਨਿਭਾ ਕੇ ਆ ਰਹੇ ਨੇ। ਤਾਂ ਅਕਸਰ ਮੈਂ ਕਹਿੰਦੀ ਹੁੰਦੀ ਹਾਂ ਕਿ ਸੈਲੂਟ ਕਰਦੀ ਹਾਂ ਮੈਂ ਇਸ ਸ਼ਖਸੀਅਤ ਨੂੰ ਜੋ ਸਮਾਜ ਦੇ ਲਈ ਵੀ ਆਪਣਾ ਸਮਾਂ ਕੱਢਦੇ ਨੇ ਕਿ ਸਮਾਜ 'ਚ ਕੀ ਕੁਝ ਚੱਲ ਰਿਹਾ ਉਹਨਾਂ ਤੇ ਗੱਲ ਕਰੀਏ, ਔਰਤਾਂ ਦੇ ਨਾਲ ਕੀ ਹੋ ਰਿਹਾ ਉਹਨਾਂ ਦੀ ਆਵਾਜ਼ ਚੁੱਕੀਏ। ਕਿਉਂਕਿ ਅੱਜ ਜਿਹੜਾ ਟੌਪਿਕ ਹੈ ਬੜਾ ਸੰਜੀਦਾ ਟੌਪਿਕ ਹੈ, ਕਿਉਂਕਿ ਪਿਛਲੇ ਹਫ਼ਤੇ ਦੇ ਦੌਰਾਨ ਬਹੁਤ ਸਾਰੀਆਂ ਖਬਰਾਂ ਐਸੀਆਂ ਦਿਲ ਨੂੰ ਝੰਜੋੜਨ ਵਾਲੀਆਂ ਆਈਆਂ ਕਿ ਜਿਵੇਂ ਲਿਵ ਇਨ ਰਿਲੇਸ਼ਨ ਦੀ ਗੱਲ ਕਰਦੇ ਆ, ਬੇਸ਼ੱਕ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਸ ਦੇ ਲਈ ਮਾਨਤਾ ਦਿੱਤੀ ਗਈ ਹੈ ਕਿ ਲਿਵਿੰਗ ਰਿਲੇਸ਼ਨ ਦੇ ਵਿੱਚ ਤੁਸੀਂ ਰਹਿ ਸਕਦੇ ਹੋ, ਪਰ ਉਸ ਦੀ ਆਜ਼ਾਦੀ ਲੋਕਾਂ ਨੇ ਇੰਨੀ ਕੁ ਮਾਰ ਲਈ ਹੈ ਕਿ ਲੋਕ ਇੱਕ ਦੂਜੇ ਨੂੰ ਮਾਰਨ ਤੱਕ ਪਹੁੰਚ ਗਏ ਨੇ। ਤਾਂ
ਬਹੁਤ ਹੀ ਫੇਮਸ ਜਿਹੜਾ ਹਾਈ ਪ੍ਰੋਫਾਈਲ ਕੇਸ ਚੱਲ ਰਿਹਾ ਹੈ, ਸ਼ਾਰਦਾ ਮਰਡਰ ਕੇਸ, ਉਹ ਕਿਸੇ ਤੋਂ ਵੀ ਲੁਕਿਆ ਨਹੀਂ ਹੈ ਕਿ ਕਿਸ ਤਰੀਕੇ ਦੇ ਨਾਲ ਸ਼ਾਰਦਾ ਆਪਣੇ ਬॉयਫ੍ਰੈਂਡ ਦੇ ਨਾਲ ਰਹਿੰਦੀ ਸੀ, ਕਿਸ ਤਰੀਕੇ ਦੇ ਨਾਲ ਉਸਨੂੰ ਇਨਸਾਨ ਤਾਂ ਨਹੀਂ ਕਵਾਂਗੇ, ਉਸਨੂੰ ਤਾਂ ਹੈਵਾਨ ਕਵਾਂਗੇ, ਜਿਸਨੇ ਉਸਦੀ ਬੋਡੀ ਦੇ 35 ਪਾਰਟ ਕਰ ਦਿੱਤੇ, ਫਰੀਜ਼ਰ ਦੇ ਵਿੱਚ ਉਸਨੂੰ ਰੱਖਿਆ ਤੇ ਹਰ ਰੋਜ਼ ਰਾਤ ਨੂੰ ਕਿਸੇ ਨਾ ਕਿਸੇ ਮੋੜ ਤੇ ਰੱਖ ਆਉਂਦਾ ਸੀ ਕਿ ਕਿਸੇ ਨੂੰ ਇਹ ਨਾ ਪਤਾ ਲੱਗੇ ਕਿ ਆਖਿਰਕਾਰ ਕੀ ਹੈ, ਕਿ ਕੁੱਤੇ ਨੋਚ ਲੈਣ, ਕੋਈ ਜਾਨਵਰ ਨੋਚ ਲੈਣ, ਕੋਈ ਵੀ ਨੋਚ ਲੈਣ, ਇਸ ਦਾ ਭਾਰ ਮੇਰੇ ਤੇ ਨਾ ਆਏ। ਪਰ ਕਹਿੰਦੇ ਨੇ ਨਾ ਕਿ ਜ਼ੁਰਮ ਕੋਈ ਵੀ ਹੋਵੇ ਉਹ ਲੁਕਿਆ ਨਹੀਂ ਰਹਿੰਦਾ, ਉਹ ਆਖਿਰਕਾਰ ਫੜਿਆ ਹੀ ਜਾਂਦਾ। ਤੇ ਅਜਿਹੇ ਹੀ ਨਾਲ ਇੱਕ ਹੋਰ ਕੇਸ ਜੋ ਕਿ ਚੰਡੀਗੜ੍ਹ ਦੇ ਮੋਹਾਲੀ ਦੇ ਹੀ ਨਾਲ ਪੈਂਦੇ ਸੋਹਾਣਾ ਤੋਂ ਸਾਹਮਣੇ ਆਇਆ ਕਿ ਮੁਕਤਸਰ ਦੀ ਇੱਕ ਨਰਸ ਸੀ ਜੋ ਪੰਚਕੂਲਾ ਦੇ ਵਿੱਚ ਜੌਬ ਕਰਦੀ ਸੀ, ਉਸ ਦੇ ਨਾਲ ਵੀ ਇਦਾਂ ਹੀ ਘਟਨਾ ਵਾਪਰੀ ਹੈ ਕਿ ਕੌਣ ਉਸ ਨੂੰ ਮਾਰ ਕੇ ਟੋਬੇ ਦੀ ਪਟੜੀ ਤੇ ਉਸ ਦੀ ਲਾਸ਼ ਰੱਖ ਗਿਆ, ਕਿਸੇ ਨੂੰ ਨਹੀਂ ਪਤਾ ਲੱਗਿਆ। ਬੇਸ਼ੱਕ ਪੁਲਿਸ ਉਸ ਦੀ ਵੀ ਜਾਂਚ ਕਰ ਰਹੀ ਹੈ, ਪਰ ਉਹ ਵੀ ਜਿਹੜਾ ਮਸਲਾ ਇਸੇ ਨਾਲ ਹੀ ਮੇਲ ਖਾਂਦਾ ਹੈ ਕਿ ਸੀਸੀਟੀਵੀ ਦੀ ਜਿਹੜੀ ਫੁਟੇਜ ਹੈ ਉਹ ਖੰਗਾਲੀ ਗਈ ਹੈ ਕਿ ਕੋਈ ਮੁੰਡਾ ਆਇਆ ਸੀ ਜੋ ਕਿ ਆਪਣੀ ਬਾਈਕ ਤੇ ਉਸ ਨੂੰ ਲੈ ਕੇ ਆਇਆ ਤੇ ਉੱਥੇ ਉਸ ਦੀ ਲਾਸ਼ ਨੂੰ ਪਾ ਕੇ ਚਲਾ ਗਿਆ। ਸੋ ਅਜਿਹੀਆਂ ਬਹੁਤ ਸਾਰੀਆਂ ਹੋਰ, ਜੇ ਅਸੀਂ ਅਖਬਾਰਾਂ ਦੀਆਂ ਸੁਰਖੀਆਂ ਫਰੋਲਦੇ ਆ, ਟੈਲੀਵਿਜ਼ਨ ਤੇ ਦੇਖਦੇ ਆ, ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਕੁੜੀਆਂ ਦੇ ਨਾਲ ਕੀ ਹੋ ਰਿਹਾ ਹੈ। ਚੰਗੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਚੰਗੀਆਂ ਕੰਪਨੀਆਂ ਦੇ ਵਿੱਚ ਜੌਬ ਕਰਦੀਆਂ, ਹਸਪੀਟਲਸ ਦੇ ਵਿੱਚ ਜੌਬ ਕਰਦੀਆਂ, ਵਧੀਆ ਰੋਜ਼ਗਾਰ ਕਮਾਉਂਦੀਆਂ, ਚੰਗੀ ਇਨਕਮ ਕਮਾਉਂਦੀਆਂ, ਤੇ ਉਹ ਕਿਸ ਤਰੀਕੇ ਦੇ ਨਾਲ ਮਾਰੀਆਂ ਜਾ ਰਹੀਆਂ ਨੇ, ਇਹ ਹਵਾਨ ਉਹਨਾਂ ਦੇ ਨਾਲ ਕੀ ਕੁਝ ਕਰ ਰਹੇ ਨੇ, ਇਹਨਾਂ ਸਾਰਿਆਂ ਤੇ ਹੀ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਡਾਕਟਰ ਹਰਸ਼ਿੰਦਰ ਕੌਰ ਸਾਨੂੰ ਕਹਾਣੀ ਸੁਣਾਉਂਦੇ ਨੇ, ਪਹਿਲਾਂ ਅਸੀਂ ਮੈਮ ਤੋਂ ਕਹਾਣੀ ਸੁਣਾਂਗੇ, ਫਿਰ ਆਪਾਂ ਇਸ ਗੰਭੀਰ ਮਸਲੇ ਤੇ ਗੱਲਬਾਤ ਕਰਾਂਗੇ। ਜੀ ਮੈਮ, ਅੱਜ ਤੁਸੀਂ ਦਰਸ਼ਕਾਂ ਦੇ ਲਈ ਕਿਹੜੀ ਕਹਾਣੀ ਲੈ ਕੇ ਆਏ ਹੋ? ਹਾਂ ਦੇਖੋ, ਇਹ ਕਹਾਣੀ ਸੀ ਰਾਜਾ ਹਰੀਸ਼ ਚੰਦਰ ਦੇ ਵੇਲੇ ਦੀ। ਜੀ। ਕਿਹਾ ਜਾਂਦਾ ਹੈ ਕਿ ਜਿੰਨੀ ਵੀ ਵਾਰ ਉਹਨਾਂ ਨੇ ਕੋਈ ਚੀਜ਼ ਕਿਸੇ ਨੂੰ ਦੇਣੀ ਹੁੰਦੀ ਤੇ ਨਾਲ ਸਿਰ ਨੀਵਾ ਕਰ ਲਿਆ ਕਰਦੇ ਸਨ, ਯਾਨੀ ਬੰਦੇ ਦੀਆਂ ਅੱਖਾਂ ਵਿੱਚ ਅੱਖਾਂ ਵੀ ਨਹੀਂ ਸੀ ਪਾ ਕੇ ਦੇਖਦੇ ਤੇ ਨਾ ਹੀ ਕਿਤੇ ਸਿਰ ਹੈਂਕੜ ਨਾਲ ਉਤਾਂ ਚੱਕ ਕੇ ਇਸ ਤਰੀਕੇ ਦੇਖਦੇ ਸੀ, ਯਾਨੀ ਸਿਰ ਵੀ ਨੀਵਾ ਤੇ ਨਾਲ ਅੱਖਾਂ ਵੀ ਨੀਵੀਆਂ, ਤੇ ਅਗਲੇ ਦੇ ਹੱਥ ਤੇ ਲੋੜਵੰਦ ਦੇ ਹੱਥ ਤੇ ਇਸ ਤਰੀਕੇ ਨਹੀਂ ਸਨ ਦਿੰਦੇ, ਬਲਕਿ ਇੰਜ ਹੱਥ ਰੱਖਦੇ ਸਨ ਕਿ ਅਗਲਾ ਚੁੱਕ ਕੇ ਚਲਾ ਜਾਵੇ। ਕਹਿਣ ਦਾ ਭਾਵ ਇਹ ਸੀ ਕਿ ਕਿਸੇ ਨੂੰ ਹੀਨ ਭਾਵਨਾ ਨਾ ਮਹਿਸੂਸ ਹੋਏ, ਉਹਨੂੰ ਅਣਖ ਤੇ ਸੱਟ ਨਾ ਵੱਜੀ ਮਹਿਸੂਸ ਹੋਏ। ਤਾਂ ਕਿਸੇ ਨੇ ਪੁੱਛ ਲਿਆ ਕਿ ਭਈ ਤੁਸੀਂ ਤਾਂ ਆਪ ਦੇਣ ਵਾਲੇ ਹੋ ਤੇ ਦੇਣ ਵਾਲਾ ਤਾਂ ਹਮੇਸ਼ਾ ਹੀ ਉੱਚਾ ਹੁੰਦਾ ਹੈ, ਤੇ ਤੁਸੀਂ ਕਿਉਂ ਇਸ ਤਰੀਕੇ ਸਿਰ ਨੀਵਾ ਆਪਣਾ ਕਰਦੇ ਹੋ? ਕਿਉਂ ਆਖਰ ਇਹ ਚੀਜ਼ ਤਾਂ ਸਗੋਂ ਲੋਕਾਂ ਦੇ ਮਨਾਂ ਵਿੱਚ ਕਿਤੇ ਹੋਰ ਹੀ ਕੁਝ ਗਲਤ ਸਲਾਹ ਜਾਂ ਕੋਈ ਸੁਨੇਹਾ ਦੇ ਰਹੀ ਹੈ, ਕਿਉਂ ਏਦਾਂ ਕਰ ਰਹੇ ਹੋ? ਜੀ। ਉਹਨਾਂ ਦਾ ਜਵਾਬ ਬੜਾ ਕਮਾਲ ਦਾ ਸੀ। ਕਹਿਣ ਲੱਗੇ ਕਿ ਭਈ ਮੈਂ ਦੇਣ ਜੋਗਾ ਬਣਿਆ ਕਿਵੇਂ? ਮੈਨੂੰ ਤਾਂ ਇਸੇ ਚੀਜ਼ ਦਾ ਹੀ ਖਿਆਲ ਹੈ ਕਿ ਜੇ ਮੈਂ ਕਿਸੇ ਨੂੰ ਦੇਣ ਜੋਗਾ ਹੋਇਆ ਤਾਂ ਇਹਦਾ ਮਤਲਬ ਹੈ ਕਿਸੇ ਨੇ ਪਹਿਲਾਂ ਮੈਨੂੰ ਉਹ ਚੀਜ਼ ਦਿੱਤੀ ਤਾਂ ਹੀ ਮੈਂ ਦੇਣ ਜੋਗਾ ਬਣ ਸਕਿਆ। ਤਾਂ ਇਹਦਾ ਮਤਲਬ ਹੈ ਅਸਲ ਦਾਤਾ ਤਾਂ ਕੋਈ ਹੋਰ ਹੀ ਹੈ ਜਿਸਨੇ ਦਿੱਤਾ ਸੀ, ਤੇ ਜੇ ਮੈਂ ਉਹਨੂੰ ਭੁਲਾ ਦਿਆਂ, ਸਾਰਾ ਕੁਝ ਇਹੀ ਸੋਚਾਂ ਕਿ ਮੈਂ ਹੀ ਦੇ ਰਿਹਾ, ਤਾਂ ਫਿਰ ਮੇਰਾ ਗਰੂਰ ਬੋਲਦਾ ਹੋਏਗਾ ਤੇ ਉਹ ਜ਼ਿਆਦਾ ਦੇਰ ਟਿਕਦਾ ਨਹੀਂ। ਮੇਰੀ ਬਾਰੇ ਕੋਈ ਜ਼ਿਕਰ ਵੀ ਕਰਨ ਵਾਲੀ ਜਿਹੜੀ ਗੱਲ ਹੋਏਗੀ ਲੰਮੇ ਸਮੇਂ ਤੱਕ ਤੁਰੇਗੀ ਨਹੀਂ। ਸੋ ਇਸੇ ਕਰਕੇ ਮੈਂ ਸਿਰ ਨੀਵਾ ਕਰਦਾ ਕਿ ਭਾਈ ਦੇਣ ਵਾਲਾ ਤਾਂ ਕੋਈ ਹੋਰ ਏ, ਉਹ ਦਾਤਾ ਉਹ ਦਿੰਦਾ ਜੇ, ਮੈਂ ਤੇ ਅੱਗੇ ਸਿਰਫ ਇੱਕ ਤੋੜਨ ਵਾਲਾ ਹੀ ਆ, ਤਾਂ ਮੈਂ ਕਾਹਦੀ ਹੈਂਕੜ ਕਰਾਂ ਕੱਲ ਨੂੰ ਹਾਂ ਕਿ ਨਹੀਂ। ਪਰ ਘੱਟੋ ਘੱਟ ਉਹ ਦੇਣ ਵਾਲਾ ਤਾਂ ਮੇਰੇ ਤੁਰ ਜਾਣ ਬਾਅਦ ਵੀ ਲੋਕਾਂ ਨੂੰ ਦਾਤਾਂ ਦਿੰਦਾ ਹੀ ਰਹੇਗਾ। ਸੋ ਜੇ ਇਹੋ ਸੁਨੇਹਾ ਅਸੀਂ ਆਪਾਂ ਲੈ ਲਈਏ ਸਾਰੇ ਦੇ ਸਾਰੇ ਕਿ ਕਾਹਦੀ ਹੈਂਕੜ ਪੈਸੇ ਦੀ, ਰੁਤਬੇ ਦੀ, ਕਿੱਥੇ ਜੰਮੇ, ਸਾਡੇ ਕੋਲ ਕੀ ਹੈ, ਦੇਣ ਵਾਲਾ ਤਾਂ ਕੋਈ ਹੋਰ ਹੀ ਹੈ, ਤੇ ਫਿਰ ਉਹ ਜਦੋਂ ਖੋਂਦਾ ਹੈ ਫਿਰ ਗੁੱਸਾ ਗਿਲਾ ਕਾਹਦਾ ਕਰਦੇ ਆ, ਕਿਉਂਕਿ ਉਸੇ ਦਾ ਦਿੱਤਾ ਉਹੀ ਵਾਪਸ ਲੈ ਗਿਆ। ਅਸੀਂ ਕਾਹਦੇ ਲਈ ਟੈਨਸ਼ਨ ਤਣਾਅ ਉਸੇ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ। ਤੇ ਇਹੀ ਚੀਜ਼ ਅਗਾਂਹ ਤੋਰ ਦੇ ਇੱਕ ਹੋਰ ਰਾਜੇ ਦਾ ਜ਼ਿਕਰ ਕਰਦੀ ਆ। ਉਹ ਵੀ ਇਸੇ ਤਰੀਕੇ ਜਦੋਂ ਬਹੁਤ ਅਕਾਲ ਪਿਆ ਤਾਂ ਉਹ ਆਪਣੇ ਰਾਜ ਵਿੱਚ ਹੀ ਇਸੇ ਤਰ੍ਹਾਂ ਉਹਨੇ ਖੋਲ ਦਿੱਤੇ ਦਰਵਾਜ਼ੇ ਕਿ ਲਓ ਜੀ ਦਿਓ, ਅਕਾਲ ਪਿਆ ਹੋਇਆ, ਲੋਕ ਭੁੱਖੇ ਨਾ ਮਰਨ। ਤੇ ਉੱਥੇ ਹੀ ਇੱਕ ਫਕੀਰ ਖੜਾ ਸੀ ਲਾਈਨ ਵਿੱਚ, ਇਸੇ ਤਰੀਕੇ ਹੀ ਉਹ ਚੀਜ਼ਾਂ ਜਦੋਂ ਵੰਡ ਰਹੇ ਸੀ ਲੈਣ ਲਈ। ਤੇ ਦੇਖਿਆ ਗਿਆ ਕਿ ਥੋੜੀ ਕੁ ਦੇਰ ਬਾਅਦ ਉਹ ਫਕੀਰ ਜਦੋਂ ਦੇਖਿਆ ਵੀ ਵਾਰੀ ਬਿਲਕੁਲ ਹੀ ਆ ਚੱਲੀ
ਤਾਂ ਉਹ ਆਪ 10 ਬੰਦਿਆਂ ਦੇ ਪਿੱਛੇ ਲੱਗ ਜਾਂਦਾ, ਅਗਲਿਆਂ ਨੂੰ ਫਿਰ ਤੋਰ ਦਿੰਦਾ। ਜੀ। ਕਿਸੇ ਨੇ ਜਿਹਨੇ ਵੇਖਿਆ ਉਹ ਹੱਸਣ ਲੱਗ ਗਿਆ, ਓਏ ਤੂੰ ਕਰਦਾ ਕੀ ਪਿਆ ਝੱਲਾ, ਵੀ ਜਦੋਂ ਹੀ ਤੇਰੀ ਸਗੋਂ ਲੈਣ ਦਾ ਸਮਾਂ ਆਉਂਦਾ ਤੂੰ ਉਹ ਛੱਡ ਕੇ ਹੋਰ 10 ਜਣਿਆਂ ਦੇ ਪਿੱਛੇ ਚਲਾ ਜਾਂਦਾ, ਵੀ ਐਂ ਤਾਂ ਤੈਨੂੰ ਕੁਝ ਮਿਲਣਾ ਹੀ ਨਹੀਂ, ਕਿਉਂ ਕਰ ਰਿਹਾ ਇਸ ਤਰ੍ਹਾਂ। ਜੀ। ਤਾਂ ਉਹਨੇ ਕਿਹਾ ਕਿ ਦੇਖੋ ਰਾਜਾ ਬਹੁਤ ਅਮੀਰ ਹੈ, ਉਹ ਜਿੰਨਾ ਕੁਝ ਦੇ ਸਕਦਾ ਮੈਂ ਤਾਂ ਕਿਤੇ ਸੁਪਨਿਆਂ ਵਿੱਚ ਵੀ ਨਹੀਂ ਸੋਚ ਸਕਦਾ ਕਿ ਮੈਂ ਇੰਨਾ ਕੁਝ ਦੇ ਸਕਾਂ। ਪਰ ਮੈਨੂੰ ਲੱਗਦਾ ਏ ਕਿ ਜੋ ਵੀ ਕੁਝ ਮੇਰੇ ਕੋਲ ਏ ਉਹ ਇਹੋ ਜਿਹੇ ਮੌਕੇ ਤੇ ਮੈਂ ਦੇ ਤਾਂ ਸਕਦਾ ਹੀ ਹਾਂ, ਤੇ ਉਹ ਇੱਕੋ ਹੀ ਚੀਜ਼ ਜੇ ਮੇਰੇ ਕੋਲ ਵਾਰੀ, ਕਿ ਮੇਰੀ ਵਾਰੀ ਜਦੋਂ ਆਈ ਉਹ ਮੈਂ ਰੱਜ ਸਕਦਾ ਓਨੇ ਕੁ ਚੀਜ਼ ਨਾਲ, ਤੇ ਮੈਂ ਉਹ ਆਪਣੀ ਵਾਰੀ ਹੀ ਅਗਲੇ ਨੂੰ ਦੇ ਦਿੰਨਾ ਕਿ ਜਾ ਮੇਰੀ ਥਾਂ ਤੇ ਤੂੰ ਰੱਜ ਲੈ। ਸੋ ਮਤਲਬ ਮੇਰਾ ਦੱਸਣ ਦਾ ਸਿਰਫ ਇਹੋ ਸੀ ਕਿ ਪੰਜਾਬ ਦੀ ਧਰਤੀ ਕੁਝ ਵੱਖ ਹੀ ਕਿਸਮ ਦੀ, ਇੱਥੋਂ ਦੇ ਲੋਕ ਬਿਲਕੁਲ ਹੀ ਕੁਝ ਅਨੋਖੇ ਹੀ ਕਹਿ ਸਕਦੀ ਹਾਂ ਕਿ ਜਿਨ੍ਹਾਂ ਨੇ ਇਸ ਤਰੀਕੇ ਦੀ ਸੋਚ ਨੂੰ ਅਪਣਾਇਆ ਕਿ ਉਹ ਮੈਂ ਜਾਂ ਮੇਰਾ ਤੱਕ ਸੀਮਤ ਨਹੀਂ ਰਹਿੰਦੇ, ਉਹ ਵੰਡਣ ਵਿੱਚ ਵਿਸ਼ਵਾਸ ਰੱਖਦੇ ਨੇ। ਇਹੋ ਕਾਰਨ ਸੀ ਕਿ 1965 ਦੀ ਜੰਗ ਦੇ ਵਿੱਚ ਜਦੋਂ ਹੱਥ ਅੱਡੇ ਗਏ ਸਨ ਕਿ ਇਸ ਵੇਲੇ ਡਿਫੈਂਸ ਵਾਸਤੇ ਸਾਡੇ ਕੋਲ ਪੈਸੇ ਨਹੀਂ ਹਨ ਤੇ ਕੌਣ ਅਗਾਂਹ ਆ ਕੇ ਸਾਨੂੰ ਇਸ ਪਾਸੇ ਲਈ ਮਦਦ ਦੇਵੇਗਾ, ਤਾਂ ਕਮਾਲ ਦੇਖੋ ਕੁੱਲ 2% ਹਿੱਸੇ ਵਾਲੇ ਪੰਜਾਬੀ ਸਨ ਜਿਨ੍ਹਾਂ ਨੇ 86% ਹਿੱਸਾ ਪਾਇਆ ਸੀ, ਜਿੰਨਾ ਵੀ ਪੂਰੇ ਮੁਲਕ ਵਿੱਚੋਂ, ਪੂਰੇ ਭਾਰਤ ਵਿੱਚੋਂ ਪੈਸੇ ਜਾਂ ਗਹਿਣੇ ਇਕੱਠੇ ਹੋਏ ਸਨ। ਉਹਨਾਂ ਸਾਰਿਆਂ ਦਾ 86% ਹਿੱਸਾ ਸਿਰਫ ਤੇ ਸਿਰਫ ਪੰਜਾਬੀਆਂ ਨੇ ਪਾਇਆ ਸੀ। ਸੋ ਬੜੇ ਮਾਣ ਦੀ ਗੱਲ ਏ, ਇਹ ਪੰਜਾਬੀ ਕਦੇ ਵੀ ਕਿਸੇ ਵੀ ਹਾਲਤ ਵਿੱਚ ਪਿਛਾਂਹ ਨਹੀਂ ਰਹਿੰਦੇ, ਭਾਵੇਂ ਮੁਲਕ ਤੇ ਔਖਿਆਈ ਆਈ ਹੋਵੇ ਜਾਂ ਕਿਸੇ ਵੀ ਕਿਸਮ ਦਾ ਖਤਰਾ ਮੰਡਰਾਉਂਦਾ ਹੋਏ ਉਹਨਾਂ ਦੇ ਆਪਣੀ ਅਣਖ ਉੱਤੇ, ਜਾਂ ਕਿਸੇ ਦੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੋਏ, ਪੰਜਾਬੀਆਂ ਦੀ ਛਾਤੀ ਕਦੇ ਵੀ ਪਿਛਾਂਹ ਨਹੀਂ ਰਹੀ। ਉਹਨਾਂ ਨੇ ਆਪਣੀ ਛਾਤੀ ਤੇ ਹੀ ਚੱਲੇ ਨੇ ਸਾਰੇ ਵਾਰ, ਤੇ ਲੋਕਾਂ ਨੂੰ ਬਚਾਉਂਦੇ ਹੀ ਰਹੇ ਨੇ। ਸੋ ਬੜਾ ਫਖਰ ਮਹਿਸੂਸ ਹੁੰਦਾ ਜਦੋਂ ਅਸੀਂ ਪੰਜਾਬੀਆਂ ਦੀ ਗੱਲ ਕਰਦੇ ਹਾਂ। ਪੰਜਾਬ ਦੀ ਧਰਤੀ ਦੇ ਉੱਪਰ ਇਹੋ ਜਿਹੇ ਮਾਣ ਮੱਤੇ ਲੋਕ ਪੈਦਾ ਹੁੰਦੇ ਰਹਿਣ ਤੇ ਦੁਨੀਆ ਭਰ ਵਿੱਚ ਆਪਣੇ ਝੰਡੇ ਬੁਲੰਦ ਕਰਦੇ ਰਹਿਣ। ਜਿੱਥੋਂ ਤੱਕ ਤੁਸੀਂ ਜ਼ਿਕਰ ਕੀਤਾ ਇੱਕ ਅੱਤ ਦੇ ਜ਼ੁਲਮ ਦਾ, ਹੈਵਾਨੀਅਤ ਦਾ, ਵਾਕਈ ਜਿਸ ਤਰੀਕੇ ਦੇ ਇਹ ਵੱਧਦੇ ਜਾਂਦੇ ਨੇ ਜੁਰਮ, ਜਦ ਤੱਕ ਦੇਖੋ ਬਤੌਰ ਇੱਕ ਡਾਕਟਰ ਗੱਲ ਕਰ ਰਹੀ ਹਾਂ ਕਿ ਜਦ ਤੱਕ ਬਿਮਾਰੀ ਨਾ ਲੱਭੀ ਜਾਵੇ ਉਦੋਂ ਤੱਕ ਅਸੀਂ ਕਹੀਏ ਕਿ ਇਹਦਾ ਇਲਾਜ ਕੀਤਾ ਜਾ ਸਕਦਾ ਸੰਭਵ ਹੈ ਹੀ ਨਹੀਂ, ਕਿਉਂਕਿ ਅਸੀਂ ਜੜ੍ਹਾਂ ਤੱਕ ਜਦ ਤੱਕ ਨਹੀਂ ਪਹੁੰਚਦੇ ਨਾ ਉਦੋਂ ਤੱਕ ਤਾਂ ਦਰਖਤ ਨੂੰ ਲੱਗੀ ਸਿਉਂਕ ਵੀ ਅਸੀਂ ਮਾਰ ਨਹੀਂ ਸਕਦੇ। ਉੱਪਰੋਂ ਟੀਕੇ ਟੂਕੇ ਲਾਈ ਜਾਓ, ਇਲਾਜ ਕਰੀ ਜਾਓ, ਜੇ ਜੜ੍ਹਾਂ ਵਿੱਚ ਪਈ ਜੇ ਨਾ ਸਿਉਂਕ, ਉਹਨੇ ਜੜ੍ਹਾਂ ਹੀ ਖਤਮ ਕਰ ਦੇਣੀ ਹੈ। ਸੋ ਦਰਖਤ ਕਿੰਨਾ ਹੀ ਤੁਸੀਂ ਉਹਨੂੰ ਦਵਾਈਆਂ ਮਲੀ ਜਾਓ, ਉਹਨੇ ਡਿੱਗੀ ਜਾਣਾ। ਬਿਲਕੁਲ ਇਹੋ ਹਾਲ ਅੱਜ ਦੇ ਦਿਨ ਹੈ ਕਿ ਅਸੀਂ ਇਹੋ ਜਿਹੀਆਂ ਚੀਜ਼ਾਂ ਉਜਾਗਰ ਜ਼ਰੂਰ ਕਰ ਰਹੇ ਹਾਂ। ਅੱਤ ਦਾ ਜ਼ੁਲਮ ਜੇ ਇਹ ਨਹੀਂ ਹੈ ਕਿ ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਅਜਿਹਾ ਕੁਝ ਨਹੀਂ ਵਾਪਰ ਰਿਹਾ। ਬਹੁਤ ਕੁਝ ਜੇ ਆਸਟਰੀਆ ਦੇ ਵਿੱਚ ਕਿਸ ਤਰੀਕੇ ਆਪਣੀ 13 ਵਰਿਆਂ ਦੀ ਬਾਲੜੀ ਨਾਲ 10 ਸਾਲ ਕਿਵੇਂ ਉਹਦੇ ਆਪਣੇ ਸਕੇ ਪਿਓ ਨੇ ਉਹਦੇ ਨਾਲ ਬਲਾਤਕਾਰ ਕੀਤਾ, ਕਿਵੇਂ ਉਹਨੂੰ ਤਾੜੀ ਰੱਖਿਆ, ਕਿਵੇਂ ਭੁੱਖੇ ਰੱਖਿਆ, ਯਾਨੀ ਜ਼ੁਲਮ ਦੁਨੀਆ ਦੇ ਹਰ ਹਿੱਸੇ ਵਿੱਚ ਨੇ। ਕਿਵੇਂ ਅਫਗਾਨਿਸਤਾਨ ਵਿੱਚ ਔਰਤਾਂ ਨਾਲ ਅੱਤ ਦੀ ਭਿਆਨਕ ਹਾਲਤ ਵਿੱਚ, ਜਿਵੇਂ ਤੁਸੀਂ ਪੜ੍ਹਿਆ ਸੁਣਿਆ ਹੀ ਹੈ ਕਿ ਸਿਰਫ ਇੱਕ ਸਿਰ ਤੋਂ ਚੁੰਨੀ ਤਿਲਕ ਜਾਣ ਕਾਰਨ ਕਿਵੇਂ ਉਹਨੂੰ ਜ਼ਮੀਨ ਦੇ ਵਿੱਚ ਦੱਬ ਦਿੱਤਾ, ਗਲੇ ਤੱਕ ਕਿਵੇਂ ਪੱਥਰ ਮਾਰ ਮਾਰ ਕੇ ਉਹਨੂੰ ਮਾਰ ਦਿੱਤਾ ਗਿਆ। ਯਾਨੀ ਇਹੋ ਜਿਹੀਆਂ ਦੁਨੀਆ ਭਰ ਵਿੱਚ ਸਾਨੂੰ ਜੋ ਮਿਸਾਲਾਂ ਮਿਲ ਰਹੀਆਂ ਨੇ ਦਿਲ ਕੰਬਾਊ ਨੇ। ਪਰ ਅਸੀਂ ਕਰ ਕੀ ਰਹੇ ਹਾਂ ਕਿ ਉਹਨਾਂ ਦੀ ਗਿਣਤੀ ਉਜਾਗਰ ਕਰ ਦਿੰਦੇ ਹਾਂ। ਇੰਨੇ ਫੀਸਦ ਇੱਥੇ ਵਧੇ, ਇਸ ਸਾਲ ਵਿੱਚ 15% ਵੱਧ ਗਏ, ਇਸ ਸਾਲ 'ਚ 324% ਇੰਨੇ ਸਾਲਾਂ ਵਿੱਚ ਵੱਧ ਗਏ। ਪਰ ਉਹਦਾ ਕਾਰਨ ਕੀ ਜੇ, ਉਹ ਸ਼ਾਇਦ ਅਸੀਂ ਫੜ ਨਹੀਂ ਸਕ ਰਹੇ। ਉੱਪਰਲੀਆਂ ਗੱਲਾਂ ਤਾਂ ਜ਼ਰੂਰ ਕਰ ਲੈਂਦੇ ਹਾਂ, ਨਹੀਂ ਜੀ ਅਸੀਂ ਰੋਕ ਲਵਾਂਗੇ, ਅਸੀਂ ਬਦਲਾਅ ਲਿਆ ਰਹੇ ਹਾਂ, ਇਹ ਕੁੜੀਆਂ ਨੇ ਜਿਹੜੀਆਂ ਮੋਬਾਈਲ ਵਰਤਣ ਲੱਗ ਗਈਆਂ ਨੇ, ਕੁੜੀਆਂ ਨੇ ਜਿਹੜੀਆਂ ਜੀਨਸ ਪਾਉਣ ਲੱਗ ਗਈਆਂ ਨੇ, ਕੁੜੀਆਂ ਨੂਡਲਸ ਖਾਂਦੀਆਂ ਨੇ, ਜਾਂ ਇਹ ਪੜ੍ਹਨ ਲਿਖਣ ਲੱਗੀਆਂ ਨੇ, ਆਪ ਖੁਦਰੀਆਂ ਨੇ, ਬਹੁਤ ਕੁਝ ਬੋਲਿਆ ਜਾਂਦਾ ਹੈ। ਪਰ ਇਹ ਅਸਲ ਜੜ ਨਹੀਂ ਜੇ।
ਸੋ ਜੇ ਆਪਾਂ ਜੜ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀਏ ਤਾਂ ਉਹ ਸ਼ਾਇਦ ਅਸੀਂ ਇਸ ਚੀਜ਼ ਨੂੰ ਰੋਕ ਸਕਾਂਗੇ, ਵਰਨਾ ਤਾਂ ਇਹ ਜੁਰਮ ਤਾਂ ਕਦੇ ਵੀ ਰੁਕਦਾ ਨਹੀਂ, ਇਹ ਵੱਧਦਾ ਹੀ ਰਹਿੰਦਾ। ਜੀ ਬਿਲਕੁਲ। ਆਪਾਂ ਪ੍ਰੋਗਰਾਮ ਕਰਨ ਲੱਗੇ ਸਾਂ, ਮੈਂ ਉਸ ਤੋਂ ਪਹਿਲਾਂ ਕੁਝ ਅੰਤਰਰਾਸ਼ਟਰੀ ਖੋਜਾਂ ਵੱਲ ਝਾਤ ਮਾਰ ਰਹੀ ਸੀ, ਕੁਝ ਨੈਸ਼ਨਲ ਫਿਗਰਸ ਵਿੱਚ ਸਨ, ਕੀ ਕਾਰਨ ਇਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਹੂੰ। ਆਪਾਂ ਮੇਰਾ ਖਿਆਲ ਹੈ ਆਪਣੇ ਸਰੋਤਿਆਂ ਤੇ ਹੀ ਛੱਡਦੇ ਹਾਂ ਕਿ ਉਹ ਜਿਹੜਾ ਵੀ ਕਾਰਨ ਠੀਕ ਮੰਨਦੇ ਹੋਣ ਉਹਨੂੰ ਲੈ ਲੈਣ, ਤੇ ਫਿਰ ਆਪਾਂ ਇਲਾਜ ਦੀ ਗੱਲ ਕਰਾਂਗੇ, ਕਿਉਂਕਿ ਬਹੁਤ ਸਾਰੀਆਂ ਖੋਜਾਂ ਸੀ। ਮੈਂ ਕੁਝ ਗਿਣੇ ਚੁਣੇ ਹੀ, ਕਿਉਂਕਿ ਪ੍ਰੋਗਰਾਮ ਦਾ ਸਮਾਂ ਸੀਮਤ ਹੈ, ਕੁਝ ਗਿਣੇ ਚੁਣੇ ਕਾਰਨ ਜਿਹੜੇ ਇਹੋ ਜਿਹਾ ਕਾਰਾ ਕਰਨ ਵਾਲੇ ਹੈਵਾਨ ਨੇ, ਉਹਨਾਂ ਦੀਆਂ ਇੰਟਰਵਿਊਜ਼, ਉਹਨਾਂ ਦੇ ਜੋ ਟੈਸਟ ਕੀਤੇ ਜਾ ਸਕੇ, ਉਹਨਾਂ ਦੇ ਦਿਮਾਗ ਅੰਦਰ ਲੱਭੇ ਨੁਕਸ, ਉਹਨਾਂ ਚੋਂ ਕਈ ਸਾਈਕੋਪੈਥ ਸਨ, ਜੋ ਸੀਰੀਅਲ ਕਿਲਰਸ ਸਨ, ਅਜਿਹੇ ਵੀ ਸਨ ਜਿਹੜੀਆਂ ਨਾਬਾਲਗ ਬੱਚੀਆਂ ਨੂੰ ਖਾ ਜਾਂਦੇ ਸਨ, ਯਾਨੀ ਉਹਨਾਂ ਦਾ ਜਿਸਮ ਵੱਢ ਟੁੱਕ ਕੇ ਮਾਸ ਖਾਂਦੇ ਸਨ, ਹਿਊਮਨ ਯਾਨੀ ਇਹ ਚੀਜ਼ ਜੋ ਇਨਸਾਨੀ ਮਾਸ ਖਾਂਦੇ ਰਹੇ ਨੇ। ਸੋ ਇਹੋ ਜਿਹੇ ਬਹੁਤ ਸਾਰੇ ਸਨ ਦੁਨੀਆ ਭਰ ਦੇ ਜੋ ਤਗੜੇ ਤਗੜੇ ਕ੍ਰਿਮੀਨਲਸ ਹੋਏ, ਜੋ ਉਹਨਾਂ ਦੀਆਂ ਇੰਟਰਵਿਊਜ਼ ਵਿੱਚ ਉਹਨਾਂ ਨੇ ਕਾਰਨ ਦੱਸੇ। ਆਪਾਂ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਥੋੜਾ ਜਿਹਾ ਸਾਂਝਾ ਬਰੀਫਲੀ ਕਰ ਲਈਏ ਤਾਂ ਉਤੋਂ ਸ਼ਾਇਦ ਆਪਾਂ ਬਹੁਤ ਕੁਝ ਅੱਗੋਂ ਫਿਰ ਇਹਨੂੰ ਰੋਕਣ ਲਈ ਯਤਨਾਂ ਵਾਲੇ ਪਾਸੇ ਜਾ ਸਕਦੇ ਹਾਂ। ਮਿਸਾਲ ਵਜੋਂ, ਇੱਕ ਹੁਣੀ ਜਿਵੇਂ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੈਂ ਜੋ ਗੱਲ ਤੁਹਾਨੂੰ ਦੱਸ ਰਹੀ ਸਾਂ ਕਿ ਇਸ ਵੇਲੇ ਜੋ ਲੇਟੈਸਟ ਸਾਡੇ ਕੋਲ ਆਸਟ੍ਰੇਲੀਅਨ ਸਟੱਡੀ ਇੱਕ ਆਈ ਪਈ ਸੀ, ਜਿਸ ਵਿੱਚ ਉਹਨਾਂ ਨੇ ਕਾਰਨ ਜੋ ਲੱਭੇ, ਫੈਕਟਰਸ ਜੋ ਦੱਸ ਰਹੇ ਸਨ, ਉਹਨਾਂ ਨੇ ਕਿਹਾ ਵੀ ਸਭ ਤੋਂ ਟੌਪ ਦਾ ਤਾਂ ਪੋਲੀਟੀਕਲ ਲੀਡਰਸ਼ਿਪ ਸਾਡੀ ਜਿਸ ਤਰੀਕੇ ਵਿਗਾੜ ਵਾਲੇ ਪਾਸੇ ਪਈ ਹੈ, ਤੇ ਜਿਸ ਤਰੀਕੇ ਦੇ ਉਹ ਆਪਣੇ ਆਪ ਨੂੰ ਪ੍ਰੋਜੈਕਟ ਕਰਨ ਲੱਗੇ ਹੋਏ ਨੇ, ਸੋ ਉਹ ਇੱਕ ਅਹਿਮ ਕਾਰਨ ਬਣਦਾ ਜਾਂਦਾ, ਜਿਨ੍ਹਾਂ ਦੇ ਦਿਮਾਗ ਨੂੰ ਤਾਕਤ ਇਸ ਤਰੀਕੇ ਗਲਤ ਤਰੀਕੇ ਚੜ ਚੁੱਕੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਅੱਗੇ ਸਾਰੇ ਦੇ ਸਾਰੇ ਨੀਵੇਂ ਨੇ, ਤੇ ਔਰਤ ਤਾਂ ਇੱਕ ਸ਼ੈ ਵਰਤੀ ਜਾਣ ਵਾਲੀ, ਤੇ ਅਸੀਂ ਜਿੰਨੇ ਕੁ ਪਾਵਰਫੁਲ ਹੋ ਚੁੱਕੇ ਹਾਂ, ਔਰਤ ਦਾ ਸ਼ੋਸ਼ਣ ਕਰਨਾ ਤਾਂ ਸਾਡਾ ਹੱਕ ਹੈ। ਸੋ ਇਹ ਚੀਜ਼ ਜੋ ਲਿਖੀ ਖੋਜਾਂ ਵਿੱਚ ਮੈਂ ਐਗਜ਼ੈਕਟਲੀ ਉਹੀ ਦੱਸ ਰਹੀ ਹਾਂ ਕਿ ਰਿਲੀਜੀਅਸ ਫਰੀडम ਜਿਹੜੀ ਹੈ ਉਹ ਕਈ ਥਾਵਾਂ ਤੇ ਬੜੇ ਅਜੀਬ ਤਰੀਕੇ ਕੈਦ ਔਰਤਾਂ ਨੂੰ ਜਕੜਦੀ ਹੈ, ਜਿੱਥੇ ਮਰਦ ਨੂੰ ਖੁੱਲ੍ਹ ਮਿਲਦੀ ਜੇ, ਪਰ ਔਰਤ ਉੱਤੇ ਬਹੁਤ ਸਾਰੀਆਂ ਯਾਨੀ ਉਹਨਾਂ ਤੇ ਰੁਕਾਵਟਾਂ ਲਾ ਦਿੱਤੀਆਂ ਜਾਂਦੀਆਂ, ਜੋ ਉਸ ਧਰਮ ਨਾਲ ਸੰਬੰਧਿਤ ਜੋ ਮੇਲ ਪਾਰਟਨਰਸ ਹੁੰਦੇ ਨੇ, ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਭਈ ਔਰਤ ਤੁਹਾਡੇ ਅਧੀਨ ਹੈ, ਤੁਸੀਂ ਉਸ ਤੇ ਜ਼ੁਲਮ ਕਰ ਸਕਦੇ ਹੋ, ਉਹਦਾ ਕੰਮ ਤੁਹਾਡੀ ਸੇਵਾ ਕਰਨਾ, ਉਹਦੇ ਹੱਕ ਕੋਈ ਵੀ ਨਹੀਂ, ਆਪਣੇ ਜਿਸਮ ਉੱਤੇ ਵੀ ਹੱਕ ਨਹੀਂ, ਤੇ ਉਹ ਪਰਾਏ ਮਰਦ ਨਾਲ ਗੱਲ ਤੱਕ ਵੀ ਨਹੀਂ ਕਰ ਸਕਦੀ, ਇਹੋ ਜਿਹੀ ਪੋਸ਼ਾਕ ਪਾਣੀ ਹੈ। ਯਾਨੀ ਇਸ ਤਰੀਕੇ ਦੀ ਇੱਕ ਰਿਲੀਜੀਅਸ ਫਰੀडम ਉਹਨਾਂ ਨੇ ਨੈਕਸਟ ਇੱਕ ਇਸ਼ੂ ਲੱਭਿਆ ਜੀ। ਫਿਰ ਉਹਨਾਂ ਨੇ ਕਿਹਾ ਕਿ ਜਿਹੜੇ ਕ੍ਰਾਈਮਸ ਜਿੰਨੇ ਅਗੇਂਸਟ ਵੂਮਨ ਵਾਲਿਆਂ 'ਚ ਭਾਰੀ ਗਿਣਤੀ ਉਹ ਸਨ ਜਿਹੜੇ ਇਕਨੋਮਿਕ ਸਟੇਟਸ ਤੋਂ, ਯਾਨੀ ਗਰੀਬੀ ਜਾਂ ਫਿਰ ਬੇਰੁਜ਼ਗਾਰੀ, ਉਹਨਾਂ ਨੂੰ ਇੱਕ ਉਹਨਾਂ 'ਚ ਅਹਿਮ ਇਹਨਾਂ ਨੂੰ ਨੁਕਤਾ ਲੱਭਿਆ। ਇਸੇ ਤਰ੍ਹਾਂ ਦੇ ਇੰਟਰਵਿਊਜ਼ ਦੇ ਵਿੱਚ ਹੀ ਉਹਨਾਂ ਨੇ ਦੇਖਿਆ ਕਿ ਥੋੜਾ ਜਿਹਾ ਹੁਣੇ ਗੌਰ ਕਰੇ ਕਿ ਜਿਹੜੇ ਇਹੋ ਜਿਹੇ ਬਲਾਤਕਾਰੀ ਸਨ ਜਾਂ ਜਿਹੜੇ ਕਾਤਲ ਸਨ, ਖਾਸ ਤੌਰ ਤੇ ਜਿਹੜੇ ਭਿਆਨਕ ਤਰੀਕੇ ਕਤਲ ਕਰਨ ਵਾਲੇ ਸਨ, ਉਹਨਾਂ ਦੇ ਘਰਾਂ ਵਿੱਚ ਜੋ ਇਹ ਹੁਣ ਜੋ ਫਿਗਰਸ ਦੱਸਦੇ ਨੇ, ਤੁਸੀਂ ਤੇ ਮੈਂ ਤਾਂ ਸਾਰਿਆਂ ਦੀਆਂ ਇੰਟਰਵਿਊਜ਼ ਲਈਆਂ ਨਹੀਂ, ਸੋ ਉਹਨਾਂ ਵਿੱਚ ਇਹ ਵੀ ਕਾਰਨ ਸੀ ਕਿ ਇੱਕ ਡੋਮੈਸਟਿਕ ਵਾਇਲੈਂਸ ਯਾਨੀ ਘਰੇਲੂ ਹਿੰਸਾ, ਜਿਹਦੇ ਵਿੱਚ ਸਰੀਰਕ ਸ਼ੋਸ਼ਣ ਉਸ ਬੱਚੇ ਦਾ, ਉਸ ਬੇਟੇ ਦਾ, ਮੈਂ ਬੇਟੀ ਦੀ ਗੱਲ ਨਹੀਂ ਹੁਣ ਬੇਟੇ ਦੀ ਗੱਲ ਕਰ ਰਹੀ ਹਾਂ, ਕਿ ਉਸ ਬੇਟੇ ਦਾ ਵੀ ਸਰੀਰਕ ਸ਼ੋਸ਼ਣ ਉਸ 'ਚ ਸ਼ਾਮਲ ਸੀ, ਜਾਂ ਉਹਨੂੰ ਅੱਤ ਦਾ ਤਿਰਸਕਾਰ ਘਰੋਂ ਮਿਲਿਆ ਹੋਵੇ, ਜਾਂ ਮਾਰ ਕੁਟਾਈ ਦਾ ਸ਼ਿਕਾਰ ਹੋਇਆ ਹੋਵੇ। ਸੋ ਇਸ ਤਰੀਕੇ ਦਾ ਮਾਹੌਲ ਉਹਨੂੰ ਘਰ ਵਿੱਚੋਂ ਮਿਲਿਆ ਸੀ, ਜਿੱਥੇ ਉਹਨੂੰ ਕੋਸਿਆ ਜਾਂਦਾ, ਗਾਲੀ ਗਲੋਚ ਦਾ ਸਾਹਮਣਾ ਕਰਨਾ ਪੈਂਦਾ, ਰੱਜ ਕੇ ਮਾਰੇ ਕੁੱਟਿਆ ਜਾਂਦਾ, ਭੁੱਖਾ ਰਹਿਣਾ ਪੈਂਦਾ, ਜਿਸ ਨਾਲ ਉਹਦੇ ਮਨ ਵਿੱਚ ਸਮਾਜ ਪ੍ਰਤੀ ਇੰਨਾ ਗੁੱਸਾ ਭਰ ਗਿਆ ਸੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਇੱਕ ਵੋਲਕੈਨੋ ਵਾਂਗ, ਯਾਨੀ ਜਵਾਲਾਮੁਖੀ ਵਾਂਗ ਫਟਿਆ ਕਿ ਉਹਨੇ ਕਿਸੇ ਨੂੰ ਮਾਰ ਹੀ ਦਿੱਤਾ, ਖਤਮ ਕਰ ਦਿੱਤਾ। ਕਿਉਂਕਿ ਦੇਖੋ ਨਾ, ਇੱਕ ਆਮ ਬੰਦਾ
ਕਿ ਘਰ ਵਿੱਚ ਤੁਹਾਡੇ ਟੋਟੇ ਕਰ ਕੀਤੀ ਹੋਈ ਲਾਸ਼ ਪਈ ਹੋਵੇ ਤੇ ਉਸ ਵੇਲੇ ਬੰਦਾ ਦੋ ਹੋਰ ਵੱਖੋ ਵੱਖਰੀਆਂ ਔਰਤਾਂ ਨਾਲ ਜਿਸਮਾਨੀ ਸੰਬੰਧ ਤੱਕ ਬਣਾ ਰਿਹਾ ਹੋਵੇ, ਉਹਨੂੰ ਨਾਰਮਲ ਗਿਣਿਆ ਹੀ ਨਹੀਂ ਜਾ ਸਕਦਾ। ਇਸੇ ਤਰੀਕੇ ਮੈਂ ਕੁਝ ਕੁ ਹੋਰ ਕਾਰਨ ਲਵਾਂਗੀ ਕਿਉਂਕਿ ਉਹ ਇੰਨੀ ਲੰਬੀ ਲਿਸਟ ਜੇ ਕਿ ਉਹਨਾਂ ਤੋਂ ਆਪਾਂ ਅੱਗੇ ਤੁਰਨਾ ਪਸੰਦ ਕਰਾਂਗੇ ਸਿਰਫ ਗਿਣਾਉਣ ਨਾਲੋਂ। ਹੁਣ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਜੋ ਐਜੂਕੇਸ਼ਨ ਦਾ ਇਹਨਾਂ 'ਚ ਬੇਸਿਕਲੀ ਨੁਕਸ ਲੱਭਿਆ ਕਿ ਜਿਸ ਤਰੀਕੇ ਦੀ ਅੱਜ ਕੱਲ ਵਿਸ਼ਵ ਪੱਧਰ ਤੇ ਜੋ ਅਸੀਂ ਐਜੂਕੇਸ਼ਨ ਦੇ ਰਹੇ ਹਾਂ ਉਹ ਸਿਰਫ ਇਹ ਕਰ ਰਹੇ ਹਾਂ ਕਿ ਸਰਵਾਈਵਲ ਆਫ ਦੀ ਫਿਟੈਸਟ ਸਿਖਾ ਰਹੇ ਹਾਂ ਕਿ ਭਾਈ ਦੂਜੇ ਨੂੰ ਦੱਬ ਕੇ ਲੰਘ ਜਾ, ਨੰਬਰ ਜ਼ਿਆਦਾ ਨੇ ਵਧੀਆ ਨੌਕਰੀ ਮਿਲੂਗੀ, ਓਨਾ ਹੀ ਤੂੰ ਵਧੀਆ ਰਹਿਣ ਸਹਿਣ ਕਰ ਸਕੇਗਾ। ਉਹਦੇ ਵਿੱਚ ਅਸੀਂ ਕਿਤੇ ਵੀ ਦੋਸਤੀਆਂ ਗੰਢਣੀਆਂ ਨਹੀਂ ਸਿਖਾਈਆਂ ਕਿ ਭਾਈ ਦੋਨੋਂ ਜਣੇ ਜੇ ਤੈਨੂੰ ਕੁਝ ਵੱਧ ਆਂਦਾ ਜੇ ਦੂਜੇ ਨੂੰ ਸਿਖਾ ਦੇ, ਉਹ ਵੀ ਪੜ੍ਹ ਕੇ ਤੇਰੇ ਜਿੰਨਾ ਹੀ ਅੱਗੋਂ ਲਾਇਕ ਨਿਕਲ ਸਕੇ। ਇਹ ਚੀਜ਼ਾਂ ਖਤਮ ਹੋ ਗਈਆਂ ਨੇ। ਬਿਲਕੁਲ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਅਸੀਂ ਟੱਬਰਾਂ ਵਿਚਲੀਆਂ ਜਾਂ ਦੋਸਤਾਂ ਵਿਚਲੀਆਂ ਜੋ ਆਪਸੀ ਸਾਂਝਾਂ ਸਨ ਉਹ ਖਤਮ ਕਰ ਦਿੱਤੀਆਂ। ਸੋਸ਼ਲ ਮੀਡੀਆ ਨੇ ਸਾਨੂੰ ਦੂਰ ਕਰ ਦਿੱਤਾ ਇੱਕ ਦੂਜੇ ਤੋਂ, ਜਿੱਥੇ ਮਨ ਅੰਦਰਲੀਆਂ ਗੁੰਝਲਾਂ ਖੋਲਣ ਦਾ ਜਾਂ ਆਪਣੇ ਆਪ ਨੂੰ ਨਾਰਮਲ ਕਰਨ ਦਾ, ਤਣਾਓ ਘਟਾਉਣ ਦਾ ਕੋਈ ਢੰਗ ਬਚਿਆ ਹੀ ਨਹੀਂ। ਸਗੋਂ ਇਹ ਤਣਾਓ ਦਾ ਅੰਬਾਰ ਸਾਡੇ ਅੰਦਰ ਇਕੱਠਾ ਕਰ ਦਿੰਦਾ ਕਿ ਮੈਨੂੰ ਇੱਕ ਥੰਬਸ ਅਪ ਮਿਲਿਆ ਕਿ ਥੰਬਸ ਡਾਊਨ ਮਿਲਿਆ ਤੇ ਉਸ ਫਲਾਣੇ ਨੇ ਮੇਰੇ ਨੂੰ ਕੀ ਕਮੈਂਟ ਕੀਤਾ। ਯਾਨੀ ਇਸ ਤਰੀਕੇ ਦੀ ਅਸੀਂ ਇੱਕ ਅਨਸਿਕਿਉਰ ਇਨਸਿਕਿਉਰ এনवायरमेंट ਤਿਆਰ ਕਰ ਦਿੱਤੀ ਜਿਸ ਵਿੱਚ ਉਹ ਬੱਚੇ ਨੂੰ ਜੋ ਬਣਦਾ ਦਿਮਾਗ ਹੈ ਉਹਨੂੰ ਸਿਰਫ ਤੇ ਸਿਰਫ ਝੁੰਝਲਾਹਟ ਮਿਲਦੀ ਜੇ, ਉਹਨੂੰ ਸਮਾਜ ਨਾਲ ਪ੍ਰਤੀ ਜੋ ਇੱਕ ਖਿੱਚ ਉਹਦੇ ਮਨ ਵਿੱਚ ਪੈਦਾ ਹੁੰਦੀ ਜੇ ਕਿ ਫਲਾਣਾ ਕਿਉਂ ਅਮੀਰ, ਫਲਾਣਾ ਕਿਉਂ ਅਗਾਂਹ ਲੰਘ ਗਿਆ, ਫਲਾਣੇ ਦੇ ਕੋਲ ਵੱਧ ਪੈਸੇ ਕਿਉਂ। ਸੋ ਇਸ ਤਰੀਕੇ ਦਾ ਉਹਦਾ ਜੋ ਸਿਸਟਮ ਡਿਵੈਲਪ ਹੁੰਦਾ ਹੈ ਉਹਦੇ ਵਿੱਚ ਜੋ ਮਨਫੀ ਮੇਜਰ ਚੀਜ਼ਾਂ ਹੋ ਜਾਂਦੀਆਂ ਨੇ ਉਹ ਹੁੰਦੀਆਂ ਨੇ ਕਿ ਕੀ ਉਸ ਬੱਚੇ ਅੰਦਰ ਖੁਦਗਰਜ਼ੀ ਦੱਬ ਕੇ ਭਰ ਦਿੱਤੀ ਗਈ, ਕੀ ਉਹਦੇ ਅੰਦਰੋਂ ਨੈਤਿਕਤਾ ਮਨਫੀ ਹੋ ਗਈ, ਕੀ ਉਹਦੇ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਜਾਂ ਆਪਸੀ ਸੰਬੰਧਾਂ ਬਾਰੇ ਕਿਸ ਤਰੀਕੇ ਦਾ ਉਹਨੂੰ ਅਸੀਂ ਘੜਿਆ, ਕਿਵੇਂ ਦਾ ਉਹਨੂੰ ਗਿਆਨ ਹਾਸਲ ਹੋਇਆ, ਕਿਸ ਤਰੀਕੇ ਉਹ ਅੱਗੇ ਆਪਣੀ ਸੋਚ ਨੂੰ ਲਾਗੂ ਕਰਨ ਵਾਲਾ ਹੈ। ਸੋ ਇਹ ਬਹੁਤ ਕੁਝ ਜੇ ਜਿਹਦੇ ਵਿੱਚ ਉਹਦੀ ਅਪਬ੍ਰਿੰਗਿੰਗ, ਕਿਵੇਂ ਉਹਨੂੰ ਟੱਬਰ ਦੇ ਵਿੱਚੋਂ ਸੇਧ ਦਿੱਤੀ ਜਾ ਰਹੀ, ਕਿਸ ਤਰੀਕੇ ਦੀ ਉਹਨੂੰ ਸੋਸ਼ਲ এনवायरमेंट ਮਿਲੀ ਕਿ ਚੁਫੇਰੇ ਡਰੱਗੀਜ਼ ਸਨ ਜਾਂ ਉਹਦੀ ਮਾਂ ਦਾ ਜਾਂ ਭੈਣ ਦਾ ਬਲਾਤਕਾਰ ਹੋਇਆ ਜਾਂ ਉਹਦਾ ਆਪਣਾ ਸਰੀਰਕ ਸ਼ੋਸ਼ਣ ਹੋਇਆ, ਜਾਂ ਜਿਸ ਤਰੀਕੇ ਦੇ ਮਾਹੌਲ ਦੇ ਵਿੱਚੋਂ ਉਹਨੂੰ ਦਿਸਿਆ ਕਿ ਜੈਂਡਰ ਸੈਂਸਿਟਾਈਜੇਸ਼ਨ ਵਰਗੀ ਚੀਜ਼ ਹੀ ਕੀ ਹੁੰਦੀ ਹੈ। ਜਿਹਨੇ ਆਪਣੀ ਮਾਂ ਨੂੰ ਚੰਗਾ ਕੁੱਟਮਾਰ ਖਾਂਦਿਆਂ ਵੇਖਿਆ ਉਹ ਸੋਚ ਹੀ ਨਹੀਂ ਸਕਦਾ ਕਿ ਮੇਰੀ ਪਤਨੀ ਕਦੇ ਵੀ ਮੇਰੇ ਤੋਂ ਵੱਧ ਕਮਾ ਕੇ, ਮੇਰੇ ਤੋਂ ਵੱਧ ਇੱਜ਼ਤ ਲੈ ਕੇ ਤੇ ਉਹ ਘਰ ਵਿੱਚ ਮੇਰੇ ਬਰਾਬਰੀ ਵਰਗੀ ਗੱਲ ਕਿਉਂ ਕਰ ਸਕਦੀ ਹੈ। ਸੋ ਇਹ ਬਹੁਤ ਚੀਜ਼ਾਂ ਜੋ ਖੋਜਾਂ ਦੇ ਉੱਤੇ ਆਧਾਰਿਤ ਸਾਡੇ ਕੋਲ ਨਿਕਲੀਆਂ ਜਿਨ੍ਹਾਂ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਤਰੀਕੇ ਹੁਣ ਵੱਧਦੀ ਕੁੜੀਆਂ ਦੀ ਗਿਣਤੀ ਦੇਖ ਰਹੇ ਹਾਂ ਕਿ ਉਹ ਜ਼ਿਆਦਾ ਪੜ੍ਹ ਲਿਖ ਰਹੀਆਂ ਨੇ, ਜ਼ਿਆਦਾ ਅਗਾਂਹ ਲੰਘ ਰਹੀਆਂ ਨੇ, ਜ਼ਿਆਦਾ ਚੰਗੀਆਂ ਨੌਕਰੀਆਂ ਲੈ ਰਹੀਆਂ ਨੇ, ਸੋ ਉਹ ਇੱਕ ਸਾੜਾ ਪੈਦਾ ਕਰ ਰਿਹਾ ਇੱਕ ਸੈਕਸ਼ਨ ਦੇ ਵਿੱਚ ਜਿਹੜੇ ਇਹ ਕ੍ਰਿਮੀਨਲਸ ਨੂੰ ਅੱਗੋਂ ਵਧਾ ਰਹੇ ਨੇ, ਇਹਨਾਂ ਨੂੰ ਯਾਨੀ ਪ੍ਰਮੋਟ ਕਰਦੇ ਪਏ ਨੇ, ਜਿਨ੍ਹਾਂ ਵਿੱਚ ਮੈਂ ਦੱਸ ਹੀ ਹਟੀ ਹਾਂ ਕਿ ਪੋਲੀਟੀਕਲ ਰੋਲ ਇਹਨਾਂ ਨੇ ਬੜਾ ਅਹਿਮ ਗਿਣਿਆ ਤੇ ਉਹਦੇ ਵਿੱਚ ਹੀ ਕੁਝ ਕਲਚਰਲ ਇਫੈਕਟਸ ਦੇਖੇ ਕਿ ਕਈ ਥਾਈਂ ਜਿਵੇਂ ਯੂਰਪ ਦੇ ਵੀ ਕੋਈ ਮਿਡਲ ਕਲਾਸ ਫੈਮਿਲੀਜ਼ ਦੇ ਵਿੱਚ ਉਹਨਾਂ ਦੇ ਕੁਝ ਵੱਖ ਕਲਚਰਲ ਐਟੀਟਿਊਡਸ ਨੇ। ਇਸੇ ਤਰ੍ਹਾਂ ਹੋਰਨਾਂ ਮੁਲਕਾਂ ਵਿੱਚ ਵੀ ਕੁਝ ਜੋ ਬਹੁਤ ਅਮੀਰ ਹੋ ਜਾਂਦੇ ਨੇ, ਰੱਜੇ ਪੁੱਜੇ ਹੋ ਜਾਂਦੇ ਨੇ, ਉਹਨਾਂ ਦੇ ਕੁਝ ਵੱਖ ਹੋ ਜਾਂਦੇ ਕਿ ਸਾਡੀ ਯਾਨੀ ਅਣਖ ਦਾ ਸਵਾਲ ਹੈ, ਸਾਡੇ ਇਸ ਤਰ੍ਹਾਂ ਧੀ ਨਹੀਂ ਆਪਣੀ ਮਰਜ਼ੀ ਨਾਲ ਵਿਆਹ ਕਰ ਸਕਦੀ, ਜਾਂ ਅਸੀਂ ਆਪਣੀ ਨੂੰਹ ਨੂੰ ਅਧੀਨਗੀ ਸਿਖਾਣੀ ਹੈ, ਸਾਡੇ ਟੱਬਰ ਦਾ ਨਾਮ ਉੱਚਾ ਹੈ। ਯਾਨੀ ਇਹੋ ਜਿਹਾ ਬਹੁਤ ਕੁਝ ਉਹਨਾਂ ਨੇ ਫਰੋਲ ਕੇ ਦੇਖਿਆ ਕਿ ਕ੍ਰਿਮੀਨਲਸ ਜੋ ਕਿ ਬਹੁਤ ਜ਼ਿਆਦਾ ਰੱਜੇ ਪੁੱਜੇ ਘਰਾਂ ਵਿੱਚੋਂ ਵੀ ਨੇ ਤੇ ਅੱਤ ਦੇ ਗਰੀਬ ਵੀ ਨੇ। ਸੋ ਇਹ ਸੀ ਜਿਹੜਾ ਸਾਰਾ ਮੈਂ ਥੋੜਾ ਬਹੁਤ ਉਹਨਾਂ ਦਾ ਤੁਹਾਨੂੰ ਯਾਨੀ ਸਾਰੇ ਕਾਰਨ ਤੇ ਬੇਅੰਤ ਨੇ ਜੋ ਵੱਖੋ ਵੱਖਰੇ ਮੁਲਕਾਂ ਵਿੱਚ ਉਹਨਾਂ ਨੇ ਆਪਣੇ ਆਪਣੇ ਜੇਲ੍ਹਾਂ ਵਿੱਚ ਤਾੜੇ ਇਹੋ ਜਿਹੇ ਲੋਕਾਂ ਦੇ ਜੋ ਹਿਸਟਰੀਜ਼ ਲਈਆਂ, ਜੋ ਉਹਨਾਂ ਦੇ ਟੈਸਟਸ ਕੀਤੇ, ਉਹਨਾਂ ਵਿੱਚ ਇੱਕ ਨੁਕਸ ਲੱਭਿਆ ਗਿਆ। ਜਿਹੜੇ ਸੀਰੀਅਲ ਕਿਲਰਸ ਜਾਂ ਸੀਰੀਅਲ ਰੇਪਿਸਟਸ ਨੇ
ਜੀ। ਲੱਭਿਆ ਗਿਆ ਕਿ ਜਿੰਨੇ ਵੀ ਭਾਰੀ ਗਿਣਤੀ ਯਾਨੀ ਇਹਨਾਂ ਦੇ ਜੋ ਆਪਾਂ ਗਿਣ ਸਕਦੇ ਹਾਂ 70-75% ਤੱਕ ਇਹੋ ਜਿਹੇ ਕੇਸਿਸ ਵਿੱਚ ਪਰਮਾਨੈਂਟ ਡੈਮੇਜ ਲੱਭਿਆ ਜੇ। ਯਾਨੀ ਦਿਮਾਗ ਦਾ ਇੱਕ ਉਹ ਹਿੱਸਾ ਹਮੇਸ਼ਾ ਲਈ ਖਰਾਬ ਹੋ ਚੁੱਕਿਆ ਲੱਭਿਆ ਕਿ ਇਹਨਾਂ ਨੂੰ ਗੱਲਾਂ ਬਾਤਾਂ ਰਾਹੀਂ ਨਹੀਂ ਸੁਧਾਰਿਆ ਜਾ ਸਕਦਾ, ਨਾ ਹੀ ਇਹਨਾਂ ਤੇ ਕਿਸੇ ਗੱਲ ਦਾ ਯਾਨੀ ਸਾਫ ਦੂਸਰੇ ਦੀਆਂ ਚੀਕਾਂ ਦਾ, ਦੂਸਰੇ ਦੇ ਯਾਨੀ ਤਰਸ ਵਰਗਾ ਉਹਨਾਂ ਦੇ ਅੰਦਰ ਮਨ ਵਿੱਚ ਕੁਝ ਰਹਿੰਦਾ ਹੀ ਨਹੀਂ। ਜੀ। ਸੋ ਉਹ ਇੱਕ ਵੱਖ ਕਿਸਮ ਦੇ ਹੈਵਾਨ ਪੈਦਾ ਹੁੰਦੇ ਨੇ ਜਿਹੜੇ ਅਨਟ੍ਰੇਨੇਬਲ ਨੇ, ਅਨਕੰਟਰੋਲੇਬਲ ਨੇ। ਸੋ ਉਹਨਾਂ ਨੇ ਇਹ ਸਗੋਂ ਕਿਹਾ ਕਿ ਇਹਨਾਂ ਨੂੰ ਟਿਲ ਡੈਥ ਯਾਨੀ ਮਰਨ ਤੱਕ ਜੇਲ੍ਹਾਂ ਦੇ ਪਿੱਛੇ ਹੀ ਰੱਖਣਾ ਚਾਹੀਦਾ ਹੈ, ਜਾਂ ਮਾਨਸਿਕ ਰੋਗੀ ਮੰਨਦੇ ਆ ਇਹਨਾਂ ਨੂੰ ਹਸਪੀਟਲਸ ਦੇ ਵਿੱਚ ਹੀ ਰੱਖਣਾ ਚਾਹੀਦਾ ਹੈ। ਇਹ ਲੋਕ ਜਿਨ੍ਹਾਂ ਦੇ ਕੁਝ ਲੱਛਣ ਆਪਾਂ ਜ਼ਰੂਰ ਗੱਲ ਕਰਾਂਗੇ ਕਿਵੇਂ ਪਛਾਣੇ ਜਾਣ ਕਿ ਇਹ ਲੋਕ ਨੇ ਜਿਹੜੇ ਵਿਗਾੜ ਵਾਲੇ ਪਾਸੇ ਜਾ ਰਹੇ ਨੇ, ਉਹ ਜ਼ਰੂਰ ਗੱਲ ਕਰਾਂਗੇ। ਪਰ ਕਿਤੇ ਵੀ ਇਹ ਨਹੀਂ ਲਿਖਿਆ ਇਹੋ ਜਿਹਾ ਨੂੰ ਪੈਰੋਲ ਦੇਤੀ ਜਾਏ ਜਾਂ ਛੇਤੀ ਛੱਡ ਦਿੱਤਾ ਜਾਏ। ਉਹ ਕਦੇ ਵੀ ਸੁਧਰ ਨਹੀਂ ਸਕਦੇ, ਨਿਕਲਦੇ ਸਾਰ ਉਹਨਾਂ ਨੇ ਫਿਰ ਇਹੋ ਕਰਨਾ। ਜੋ ਬਠਿੰਡੇ ਲਾਗੇ ਆਪਾਂ ਪੜ੍ਹਿਆ ਵੀ ਸੀ, ਇੱਕ ਮੁੰਡਾ ਜਿਸਨੂੰ ਪਿੰਡ ਵਾਲਿਆਂ ਨੇ ਅੰਦਰ ਕਰਾਇਆ ਸੀ ਵੀ ਕਿਵੇਂ ਉਹਨੇ ਰੇਪ ਦੀ ਕੋਸ਼ਿਸ਼ ਕੀਤੀ ਸੀ, ਨਸ਼ਈ ਸੀ, ਤੇ ਜਦੋਂ ਪੈਰੋਲ ਤੇ ਛੁੱਟਿਆ ਆਪਣੀ ਹੀ ਸਕੀ ਮਾਂ ਦਾ ਫਿਰ ਉਹਨੇ ਬਲਾਤਕਾਰ ਕਰ ਰਿਹਾ ਸੀ। ਜਦੋਂ ਫੜ ਲਿਆ ਫਿਰ ਪਿੰਡ ਵਾਲਿਆਂ ਨੇ ਵਾਪਸ ਭੇਜਿਆ, ਜੋ ਸਪਸ਼ਟ ਕਰਦਾ ਹੈ ਕਿ ਇਹ ਲੋਕ ਬਿਲਕੁਲ ਵੀ ਠੀਕ ਹੋ ਸਕਣ ਵਾਲੇ ਹਾਲਤ ਵਿੱਚ ਨਹੀਂ ਹੁੰਦੇ। ਇਹਨਾਂ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ। ਸੋ ਹੁਣ ਮੇਰਾ ਖਿਆਲ ਹੈ ਜੇ ਤੁਸੀਂ ਇਜਾਜ਼ਤ ਦਿਓ ਆਪਾਂ ਲੱਛਣਾਂ ਇਹਨਾਂ ਨੂੰ ਕਿਵੇਂ ਪਛਾਣੀਏ, ਕਿਹੜਾ ਬੱਚਾ ਵਿਗਾੜ ਦੇ ਵਾਲੇ ਪਾਸੇ ਜਾ ਰਿਹਾ, ਜ਼ਰੂਰ ਦੱਸ ਦੇਈ। ਜੀ ਮੈਮ, ਜ਼ਰੂਰ। ਜਿੰਨੇ ਕੁ ਹੁਣ ਇਹ ਖੋਜਾਂ ਦੇ ਵਿੱਚੋਂ ਹੀ ਜੋ ਇਹਨਾਂ ਨੇ ਕਿਹਾ ਕਿ ਉਹਨਾਂ ਦੇ ਬਚਪਨ ਨੂੰ ਜਿਵੇਂ ਫਰੋਲਿਆ ਗਿਆ, ਖੰਗਾਲਿਆ ਗਿਆ ਕਿ ਕੀ ਕੁਝ ਲੱਛਣ ਉਹਨਾਂ ਵਿੱਚ ਦਿਸੇ ਜਿਹੜੇ ਵਿਗਾੜ ਵਾਲੇ ਪਾਸੇ ਗਏ। ਹਿਸਟਰੀਜ਼ 'ਚ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਕਿਵੇਂ ਦੀ ਮਾਰ ਕੁਟਾਈ ਜਾਂ ਜੋ ਵੀ ਉਹਨਾਂ ਨੇ ਸਿਆ। ਕੁਝ ਲੱਛਣ ਸਨ ਇਹੋ ਜਿਹੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਬੱਚੇ ਦੀਆਂ ਤੁਹਾਨੂੰ ਨਸਾਂ ਦੇ ਵਿੱਚ ਟੀਕੇ ਲਾਉਣ ਦੇ ਨਿਸ਼ਾਨ ਦਿਸੇ ਹੋਣ, ਯਾਨੀ ਉਹਨੂੰ ਡਰੱਗ ਐਡਿਕਸ਼ਨ ਦੀ ਆਦਤ ਪੈ ਚੁੱਕੀ ਹੋਵੇ, ਇਕੱਲਾ ਰਹਿਣਾ ਪਸੰਦ ਕਰਦਾ ਹੋਵੇ, ਸਿਰੇ ਦਾ ਜ਼ਿੱਦੀ ਹੋਵੇ, ਬਦਤਮੀਜ਼ੀ ਨਾਲ ਗੱਲ ਕਰਦਾ ਹੋਵੇ, ਜਾਂ ਬਿਲਕੁਲ ਹੀ ਦੋਸਤਾਂ ਤੋਂ ਟੁੱਟ ਜਾਵੇ। ਯਾਨੀ ਉਹਦੀ ਬੜੇ ਵਧੀਆ ਦੋਸਤ ਹੋਣ ਪਰ ਇੱਕਦਮ ਉਹਨਾਂ ਤੋਂ ਟੁੱਟ ਜਾਵੇ, ਪਰਾਂ ਰਹਿਣਾ ਸ਼ੁਰੂ ਹੋ ਜਾਵੇ, ਇਕੱਲਾ ਬੈਠਣਾ ਪਸੰਦ ਕਰਨ ਲੱਗ ਜਾਵੇ, ਲਗਾਤਾਰ ਮੋਬਾਈਲ ਜਾਂ ਇੰਟਰਨੈਟ ਨਾਲ ਚਿਪਕਿਆ ਰਹਿ ਜਾਵੇ, ਜਾਂ ਉਹ ਦੇਖਿਆ ਜਾਵੇ ਕਿ ਲੇਟ ਨਾਈਟ ਤੁਸੀਂ ਉਹ ਘਰ ਮਤਲਬ ਨਹੀਂ ਪਹੁੰਚਦਾ, ਲੇਟ ਦੇਰ ਰਾਤ ਤੱਕ ਬਾਹਰ ਰਹਿਣਾ ਸ਼ੁਰੂ ਕਰ ਦੇਵੇ, ਜਾਂ ਉਹ ਬੱਚਾ ਉਹਨੂੰ ਨੀਂਦਰ ਨਾ ਆਉਂਦੀ ਹੋਏ ਠੀਕ, ਜਾਂ ਲੋੜੋਂ ਵੱਧ ਨੀਂਦਰ ਉਹਨੂੰ ਆਉਣ ਲੱਗ ਗਈ ਹੋਵੇ, ਜਾਂ ਉਹ ਲੋਕਾਂ ਤੋਂ ਛੇਤੀ ਕਿਨਾਰਾ ਕਰਨ ਦੀ ਕੋਸ਼ਿਸ਼ ਕਰਦਾ ਹੋਵੇ, ਯਾਨੀ ਭੀੜ ਦੇ ਵਿੱਚ ਉਹਨੂੰ ਘਬਰਾਹਟ ਜਿਹੀ ਮਹਿਸੂਸ ਹੁੰਦੀ ਹੋਵੇ, ਅਲੱਗ ਰਹਿਣਾ ਚਾਹੁੰਦਾ ਹੋਵੇ। ਫਿਰ ਉਸ ਤੋਂ ਬਾਅਦ ਉਹਨੂੰ ਜਿਵੇਂ ਉਹਦੇ ਖਾਣ ਪੀਣ ਵਿੱਚ ਕਦੇ ਬਿੰਜ ਈਟਿੰਗ, ਇੱਕਦਮ ਬਹੁਤ ਜ਼ਿਆਦਾ ਖਾ ਲੈਣਾ, ਕਦੇ 2-2 ਦਿਨ ਉਹਨੂੰ ਭੁੱਖ ਹੀ ਨਾ ਲੱਗਣੀ, ਮੈਂ ਖਾਣਾ ਹੀ ਨਹੀਂ। ਸੋ ਇਸ ਤਰੀਕੇ ਦਾ ਵਿਗਾੜ, ਟਿਕ ਕੇ ਨਾ ਬੈਠ ਸਕਣਾ, ਚੀਜ਼ਾਂ ਤੋੜਨੀਆਂ, ਭੰਨਣੀਆਂ, ਮਾਰ ਕੁਟਾਈ ਕਿਸੇ ਨਾਲ ਨਾ ਕਰਨ ਲੱਗ ਜਾਣੀ, ਐਵੇਂ ਖਿਜਣ ਲੱਗ ਜਾਣਾ, ਜਾਂ ਸੁਇਸਾਈਡਲ ਟੈਂਡੈਂਸੀਜ਼ ਉਹਦੇ 'ਚ ਹੋਣ, ਖੁਦਕੁਸ਼ੀ ਕਰ ਲੈਣੀ ਹੈ, ਜਾਂ ਦੂਜੇ ਨੂੰ ਮਾਰ ਦੇਣ ਦੀਆਂ ਧਮਕੀਆਂ ਦਿੰਦਾ ਹੋਵੇ, ਬਹੁਤ ਸੀਵੀਅਰ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੋਵੇ। ਸੋ ਇਸ ਤਰ੍ਹਾਂ ਦੇ ਕੁਝ ਲੱਛਣ ਨੇ ਜਿਹੜੇ ਦੱਸ ਸਕਦੇ ਨੇ ਕਿ ਇਹ ਬੱਚਾ ਨਾਰਮਲ ਨਹੀਂ ਤੇ ਵੱਡਾ ਹੋ ਕੇ ਕਾਫੀ ਵਿਗਾੜ ਵਾਲੇ ਪਾਸੇ ਜਾਏਗਾ। ਜੀ, ਤਾਂ ਮੈਮ ਜ਼ਰੂਰ ਕਿ ਬਹੁਤ ਕੁਝ ਹੈ ਜਿਹੜਾ ਸਮਾਜ ਦੇ ਵਿੱਚ ਐਸਾ ਚੱਲ ਰਿਹਾ, ਪਰ ਉਵੇਂ ਹੀ ਜਿਵੇਂ ਮੈਂ ਸ਼ੁਰੂਆਤ ਕੀਤੀ ਸੀ ਕਿ ਲਿਵਿੰਗ ਰਿਲੇਸ਼ਨ ਦੇ ਵਿੱਚ ਅੱਜ ਕੱਲ੍ਹ ਲੋਕਾਂ ਦਾ ਹੋਣਾ ਬਹੁਤ ਹੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹਿੰਦਾ ਹੈ, ਕਿਉਂਕਿ ਬੱਚੇ ਜਵਾਨ ਹੋ ਗਏ ਨੇ, ਚੰਗਾ ਪੜ੍ਹ ਲਿਖ ਗਏ ਨੇ, ਬਾਹਰਲੇ ਵੱਡੀਆਂ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ, ਤਾਂ ਉੱਥੇ ਮਾਪੇ ਵੀ ਉਹਨਾਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਕਰ ਪਾ ਰਹੇ, ਕਿਉਂਕਿ ਬਹੁਤ ਸਾਰੇ ਮੁੰਡੇ ਕੁੜੀਆਂ ਨੇ ਮਾਂ-ਬਾਪ ਤੋਂ ਵੀ ਬਾਗੀ ਹੋ ਜਾਂਦੇ ਨੇ, ਜਿਹੜੇ ਕਹਿੰਦੇ ਨੇ ਕਿ ਅਸੀਂ ਤਾਂ ਜੇ ਘਰ ਦੇ ਵਿਆਹ ਲਈ ਰਾਜ਼ੀ ਨਹੀਂ ਹੈਗੇ ਤਾਂ ਅਸੀਂ ਘਰ ਛੱਡ ਕੇ ਚੱਲੇ ਹਾਂ, ਜੋ ਕਿ ਆਪਾਂ ਇਸ ਕੇਸ ਦੇ ਵਿੱਚ ਵੀ ਵੇਖਿਆ। ਤਾਂ ਇਸ ਕੇਸ ਦਾ ਜੋ ਦੋਸ਼ੀ ਹੈ ਉਸਨੇ ਕਿਹਾ ਕਿ ਮੈਂ ਇਸ ਕੁੜੀ ਨੂੰ ਇਸ ਲਈ ਜਾਨੋਂ ਮਾਰ ਦਿੱਤਾ ਕਿਉਂਕਿ ਇਹ ਮੈਨੂੰ
ਵਿਆਹ ਦੇ ਲਈ ਮੇਰੇ ਤੇ ਇਸਨੇ ਪ੍ਰੈਸ਼ਰ ਪਾਇਆ ਹੋਇਆ ਸੀ ਕਿ ਤੂੰ ਮੇਰੇ ਨਾਲ ਵਿਆਹ ਕਰਾ। ਸਿਰਫ ਇਹੀ ਰੀਜ਼ਨ ਨਹੀਂ, ਹੋਰ ਵੀ ਬਹੁਤ ਸਾਰੀਆਂ, ਸਿਰਫ ਇਹੀ ਉਹ ਨਹੀਂ ਹੈਗਾ, ਕੇਸ ਨਹੀਂ ਹੈਗਾ, ਬਹੁਤ ਸਾਰੇ ਐਸੇ ਕੇਸ ਨੇ ਜੋ ਸਾਹਮਣੇ ਆਏ ਨੇ ਜਿੱਥੇ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਜਾਂ ਖੁਦਕੁਸ਼ੀ ਕਰ ਲੈਂਦੀਆਂ ਨੇ। ਤਾਂ ਬਹੁਤ ਸਾਰਾ ਕੁਝ ਅਸੀਂ ਸਮਾਜ ਦੇ ਵਿੱਚ ਵੇਖ ਰਹੇ ਹਾਂ, ਵੀਡੀਓਜ਼ ਦੇ ਜ਼ਰੀਏ ਵੇਖ ਰਹੇ ਹਾਂ, ਖਬਰਾਂ ਦੇ ਜ਼ਰੀਏ ਵੇਖ ਰਹੇ ਹਾਂ, ਸੋਸ਼ਲ ਮੀਡੀਆ ਤੇ ਤਾਂ ਪਤਾ ਨਹੀਂ ਕਿੰਨੀਆਂ ਕੁ ਵੀਡੀਓਜ਼ ਅਜਿਹੀਆਂ ਪਈਆਂ ਨੇ ਕਿ ਕੁੜੀਆਂ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੋ ਰਹੀਆਂ ਨੇ। ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਮੈਡੀਕਲ ਪੱਖੋਂ ਦੇਖੀਏ ਨਾ, ਸਾਡੀ ਇਨਸਾਨੀ ਬਿਰਤੀ ਕੁਛ ਏਦਾਂ ਦੀ ਹੈ ਕਿ ਕਾਮ ਵਾਸਨਾ ਕਹਿੰਦੇ ਨੇ, ਜੇ ਤੁਹਾਨੂੰ ਸਮੁੰਦਰ, ਡੂੰਘੇ ਸਮੁੰਦਰ ਵਿੱਚ ਟਰੰਕ ਦੇ ਵਿੱਚ ਬੰਦ ਕਰਕੇ ਉੱਪਰੋਂ ਤੁਹਾਨੂੰ ਬੰਨ ਦਿੱਤੇ ਜਾਣ ਸੰਗਲ ਵੀ, ਤਾਂ ਕਾਮ ਵਾਸਨਾ ਰੁਕ ਨਹੀਂ ਸਕਦੀ। ਸੋ ਇਹ ਇੱਕ ਅਜਿਹੀ ਸਾਡੇ ਯਾਨੀ ਸੋਚ ਦੇ ਵਿੱਚ ਇੱਕ ਬੁਣੀ ਹੋਈ ਚੀਜ਼ ਹੈ ਕਿ ਯੂਥ ਜਦ ਤੱਕ ਉਹਦੀ એનર્ਜੀ ਚੈਨਲਾਈਜ਼ ਨਾ ਕੀਤੀ ਜਾਵੇ, ਸਹੀ ਰਾਹ ਨਾ ਦਿਖਾਈ ਜਾਵੇ, ਤਾਂ ਉਹ ਵੱਧਦੀ ਉਮਰ ਜੇ ਜਿੱਥੇ ਬੇਰੋਕ ਟੋਕ ਉਹਨਾਂ ਨੂੰ ਗੰਦਗੀ ਪਰੋਸੀ ਜਾਂਦੀ ਹੋਏ ਗੀਤ ਸੰਗੀਤ ਰਾਹੀਂ, ਸੋਸ਼ਲ ਮੀਡੀਆ ਰਾਹੀਂ, ਤਾਂ ਉਹਨਾਂ ਵਿੱਚ ਕਾਮ ਭੜਕਾਊ ਸੋਚ ਨਾਰਮਲ ਜਿਹੀ ਉਪਜ ਜਾਂਦੀ ਹੈ, ਜਿੱਥੇ ਮਾਂ ਪਿਓ ਵੱਲੋਂ ਕਹਿਣਾ ਜਾਂ ਸਿਖਾਉਣਾ ਉਸ ਸਮੇਂ ਉੱਕਾ ਹੀ ਅਸਰ ਨਹੀਂ ਵਿਖਾਉਂਦਾ। ਉਹ ਸਿਰਫ ਇਹ ਵਨ ਵੇ ਜਿਵੇਂ ਮਾਈਂਡ ਫਿਕਸ ਹੋਇਆ ਹੁੰਦਾ ਕਿ ਅਸੀਂ ਤਾਂ ਜੀ ਇਸ ਪਾਸੇ ਤੁਰਨਾ ਹੀ ਹੈ ਜੀ। ਉਹ ਇੱਕ ਕਾਰਨ ਜੇ ਜਿੱਥੇ ਬੱਚੇ ਬਗਾਵਤੀ ਸੁਰ ਨਾਲ ਖੜੇ ਹੁੰਦੇ ਨੇ, ਕਿਉਂਕਿ ਬੱਚਿਆਂ ਨਾਲ ਦੋਸਤੀ ਮਾਪਿਆਂ ਨੇ ਪਹਿਲਾਂ ਗੰਢੀ ਹੋਈ ਨਹੀਂ ਹੁੰਦੀ। ਮੈਂ ਤਾਂ ਪਹਿਲਾਂ ਹੀ ਦੱਸਿਆ ਸੀ ਕਿ ਉਹ ਸਿਰਫ ਇੱਕ ਰੇਸ 'ਚ ਸ਼ਾਮਲ ਹੋਣ ਲਈ ਭਾਈ ਟਿਊਸ਼ਨਾਂ ਲਾ ਦੋ, ਇਹ ਕਰ ਦੋ, ਅੱਗੇ ਤੁਰੋ, ਯਾਨੀ ਉਹੀ ਜਿਹੀ ਸੋਚ ਤੱਕ ਸੀਮਤ ਹੈ। ਮੇਰਾ ਅੱਗੋਂ ਖਾਨਦਾਨ ਤੋਰਨਾ, ਮੇਰਾ ਨਾਮ ਲੈਣਾ, ਬਿਜ਼ਨਸ ਚਲਾਉਣਾ। ਸੋ ਉਹਨਾਂ ਨੂੰ ਕਦੇ ਵੀ ਨਹੀਂ ਇਹ ਸਿਖਾਇਆ ਗਿਆ ਇਹ ਕਾਕਾ ਤੁਸੀਂ, ਤੁਹਾਡੀ ਕੀ ਸ਼ੌਕ ਨੇ, ਉਸ ਸ਼ੌਕ ਨੂੰ ਪੂਰਾ ਕਰਨ ਲਈ ਤੁਸੀਂ ਕੀ ਕਰਨਾ ਚਾਹੁੰਦੇ ਹੋ, ਉਹਨੂੰ ਏਮ ਦੇਣਾ ਜਿੱਥੇ ਉਹ ਪ੍ਰਾਇੋਰਿਟੀ ਵਾਈਜ਼ ਚੱਲੇ ਕਿ ਇਹ ਤਾਂ ਮੈਂ ਕਦੇ ਵੀ ਜ਼ਿੰਦਗੀ ਵਿੱਚ ਇਹ ਵਾਲਾ ਪਾਸਾ ਪੂਰਾ ਕਰ ਸਕਦਾ, ਪਰ ਇਸ ਸਮੇਂ ਨੂੰ ਕਿਵੇਂ ਮੈਂ ਚੰਗੇ ਤਰੀਕੇ ਵਰਤ ਕੇ ਆਪਣੀ ਜੋ ਮੇਰੀ ਉਹ ਮੰਗ ਸੀ ਉਹਨੂੰ ਮੈਂ ਪੂਰੀ ਕਰਨ ਦੀ ਕੋਸ਼ਿਸ਼ ਕਰ ਸਕਾਂ। ਮੈਂ ਵਧੀਆ ਫੋਟੋਗ੍ਰਾਫਰ ਬਣਨਾ ਚਾਹੁੰਦਾ, ਉੱਧਰ ਚੱਲਾਂ। ਮਨ ਬਹੁਤ ਤਗੜਾ ਹੋਣਾ ਚਾਹੀਦਾ ਜੀ। ਮਨ ਨੂੰ ਟ੍ਰੇਨ ਕਰਨਾ ਅਸੀਂ ਸਿਖਾਉਂਦੇ ਨਹੀਂ, ਉਹ ਤਾਂ ਬੜਾ ਛੇਤੀ ਬੇਕਾਬੂ ਹੋ ਜਾਣ ਵਾਲਾ ਅਸੀਂ ਬਣਾ ਦਿੱਤਾ ਜੀ। ਪਲ ਛਿਨਾਂ ਵਿੱਚ ਕਾਲ ਪੈ ਜਾਣੀ। ਸੋ ਉਹ ਚੀਜ਼ਾਂ ਨੇ ਜਿੱਥੇ ਅਸੀਂ ਲੈਕ ਕੀਤਾ ਕਿ ਨਾ ਸਾਡੇ ਘਰਾਂ ਦੇ ਵਿੱਚ, ਨਾ ਸਕੂਲਾਂ ਦੇ ਵਿੱਚ, ਨਾ ਕਾਲਜਾਂ ਵਿੱਚ ਅਸੀਂ ਏਮਲੈਸ ਬੱਚੇ ਤਿਆਰ ਕਰ ਦਿੱਤੇ ਜੀ ਜੀ ਬਿਲਕੁਲ, ਜਿਨ੍ਹਾਂ ਦੇ ਉੱਤੇ ਇੱਕ ਬੜਾ ਤਗੜਾ ਇਫੈਕਟ ਪੈਂਦਾ ਜੇ ਇਸ ਚੀਜ਼ ਦਾ ਕਿ ਜਿਹੜਾ ਵੀ ਇੱਕ ਦੂਜੇ ਨੂੰ ਓਵਰਪਾਵਰ ਕਰ ਜੇ, ਯਾਨੀ ਪਿਆਰ ਜਾਂ ਮੁਹੱਬਤ ਨੂੰ ਅਸੀਂ ਖੋਣ ਦਾ ਨਾਮ ਦੇ ਦਿੱਤਾ ਕਿ ਮੈਨੂੰ ਨਹੀਂ ਮਿਲੀ ਤੇਜ਼ਾਬ ਪਾ ਕੇ ਸਾੜ ਦਿਓ, ਗੋਲੀ ਮਾਰ ਦਿਓ, ਅੱਗ ਲਾ ਦਿਓ। ਤਾਂ ਉਹ ਜਿਹੜਾ ਅਸੀਂ ਸੋਚ ਨੂੰ ਕਰ ਲਿਆ ਕਿ ਪਿਆਰ ਜਾਂ ਮੁਹੱਬਤ ਅਸੀਂ ਖੋਣਾ, ਜੋ ਕਿ ਇਹ ਬਿਲਕੁਲ ਹੀ ਪੁੱਠੀ ਸੋਚ ਸੀ, ਜੋ ਕਿ ਅਸੀਂ ਕਿਸੇ ਲਈ ਆਪਾ ਵਾਰਨਾ, ਕਿਸੇ ਲਈ ਕੀ ਕਰ ਸਕਦੇ ਹਾਂ। ਸੋ ਉਹ ਚੀਜ਼ ਜਿੱਥੇ ਪਿਆਰ ਜਾਂ ਮੁਹੱਬਤ ਦਾ ਨਾਂ ਹੋਇਆ ਕਰਦਾ ਸੀ, ਹੁਣ ਅਸੀਂ ਸਿਰਫ ਖੋਣ ਤੱਕ ਸੀਮਤ ਹੋ ਗਏ ਹਾਂ। ਤਾਂ ਹੀ ਇਹ ਮੁਸੀਬਤ ਸ਼ੁਰੂ ਹੋਈ ਹੈ ਕਿ ਅਸੀਂ ਇੱਕ ਦੂਜੇ ਨੂੰ ਮਾਰ ਕੁਟਾਈ ਤੱਕ ਵੀ ਪਹੁੰਚ ਜਾਂਦੇ ਹਾਂ, ਕਤਲ ਤੱਕ ਵੀ ਪਹੁੰਚ ਜਾਂਦੇ ਹਾਂ ਕਿ ਜੇ ਮੇਰੀ ਨਹੀਂ ਹੋਣਾ ਤਾਂ ਕਿਸੇ ਦੀ ਵੀ ਨਾ ਹੋ। ਇਹ ਸੋਚ ਬਹੁਤ ਵਿਗਾੜ ਵਾਲੀ, ਜਿਹਦੇ ਵਿੱਚ ਔਰਤ ਵੱਲੋਂ ਇੱਕ ਬੜਾ ਅਹਿਮ ਸ਼ਬਦ ਹੁੰਦਾ ਜੇ ਨੋ, ਕਿ ਨਹੀਂ, ਮੇਰਾ ਸਰੀਰ ਮੇਰਾ ਆਪਣਾ। ਜੀ। ਹੁਣ ਤਾਂ ਸਾਡੇ ਕੋਰਟ ਵੀ ਇਹ ਕਹਿ ਚੁੱਕੇ ਕਿ ਭਾਵੇਂ ਉਹ ਵਿਆਹੁਤਾ ਔਰਤ ਹੈ ਜਾਂ ਲਿਵ ਇਨ ਰਿਲੇਸ਼ਨਸ਼ਿਪ ਹੈ, ਕਿਤੇ ਵੀ ਉਹਦੀ ਮਰਜ਼ੀ ਮਾਇਨੇ ਰੱਖਦੀ ਹੈ। ਅੱਜ ਤੱਕ ਔਰਤ ਨੂੰ ਸਿਰਫ ਇੱਕ ਸੈਕੰਡ ਰੇਟ ਸਿਟੀਜ਼ਨ ਗਿਣਿਆ ਗਿਆ, ਜਿਸ ਦੀ ਕਦੇ ਮਰਜ਼ੀ ਪੁੱਛੀ ਹੋਈ ਨਹੀਂ ਗਈ। ਸੋ ਇਹ ਬਹੁਤ ਅਹਿਮ ਜੇ ਜਿਸ ਰਿਲੇਸ਼ਨਸ਼ਿਪ ਵਿੱਚ ਬੇਟੀ ਸਾਡੀ ਜਾਣਾ ਚਾਹੁੰਦੀ ਹੈ, ਜੇ ਉੱਥੇ ਸਿਰਫ ਤੇ ਸਿਰਫ ਉਸਦੇ ਉੱਤੇ ਚੀਜ਼ਾਂ ਥੋਪੀਆਂ ਜਾਂਦੀਆਂ, ਯਾਨੀ ਉਹ ਜੇ ਨਾ ਕਹਿੰਦੀ ਹੈ ਤੇ ਉਹਦੀ ਨਾ ਨਹੀਂ ਮੰਨੀ ਜਾਂਦੀ, ਜਾਂ ਫਿਰ ਉਸਨੂੰ ਧੱਕੋ ਜ਼ੋਰੀ ਚੀਜ਼ਾਂ ਮਨਾਈਆਂ ਜਾਂਦੀਆਂ, ਤਾਂ ਇਹ ਬੇਟੀਆਂ ਨੂੰ ਸਮਝ ਆਉਣੀ ਚਾਹੀਦੀ ਹੈ ਕਿ ਗਲਤ ਰਿਸ਼ਤੇ ਵਿੱਚ ਇਹ ਜੁੜ ਰਹੀਆਂ ਨੇ, ਤੇ ਜੇ ਉਹਦੇ ਬਾਵਜੂਦ ਜਾ ਰਹੀਆਂ ਨੇ ਫਿਰ ਉਹ ਕਸੂਰਵਾਰ ਆਪ ਨੇ, ਫਿਰ ਉਹਨਾਂ ਨੂੰ ਭੁਗਤਣਾ ਹੀ ਪੈਣਾ। ਸੋ ਜਦੋਂ ਤੱਕ ਮਾਪਿਆਂ ਨੇ ਛੋਟੇ ਹੁੰਦਿਆਂ ਤੋਂ ਇਹ ਨਹੀਂ ਸਿਖਾਇਆ ਕਿ ਬੇਟੇ ਦੋ ਪਹੀਏ ਜਿਹੜੇ ਬਰਾਬਰ ਦੇ ਤੁਰਨੇ ਨੇ, ਸੋ ਅਹਿਮ ਰੋਲ ਜੇ ਕਿ ਕੀ ਮਾਵਾਂ ਨੇ ਆਪਣੇ ਬੇਟਿਆਂ ਨੂੰ ਉਹ ਸਿੱਖਿਆ ਦਿੱਤੀ। ਕਾਕਾ ਅੱਜ ਭੈਣ ਥੱਕੀ ਆਈ ਏ, ਮੈਂ ਵੀ ਥੱਕੀ ਆ, ਚੱਲ ਅੱਜ ਤੂੰ ਰਸੋਈ 'ਚ ਜਾ, ਸਬਜ਼ੀ ਕੱਟ ਬਣਾ ਕੇ ਖਵਾਈ ਦੇ, ਕੋਈ ਨਾ ਅਸੀਂ ਬੈਠੇ ਆ।
ਉਹਨੂੰ ਕਦੇ ਅਹਿਸਾਸ ਹੋਣ ਦਿੱਤਾ ਆਪਣੇ ਪੁੱਤਰ ਨੂੰ ਕਿ ਭਈ ਤੂੰ ਵੀ ਥੱਕੇ ਟੁੱਟੇ ਆਇਆਂ ਨੂੰ ਪਾਣੀ ਤੇਰਾ ਮਤਲਬ ਹੈ ਆ ਕੇ ਪਿਆਉਣਾ, ਉਹਦੇ ਵਿੱਚ ਨੀਵਾਂ ਨਹੀਂ ਕੋਈ ਪੈ ਜਾਂਦਾ ਜੇ ਤੂੰ ਮਾਂ ਨੂੰ ਪਿਆਏ ਜਾਂ ਭੈਣ ਨੂੰ ਪਿਆਇਆ। ਇਹ ਜੋ ਡਿਵੀਜ਼ਨ ਆਫ ਲੇਬਰ ਅਸੀਂ ਕਦੇ ਸਿਖਾਈ ਨਹੀਂ, ਸਿਰਫ ਇੱਕ ਧੌਂਸ ਜਮਾਉਣੀ ਸਿਖਾਈ ਆਪਣੇ ਪੁੱਤਰ ਨੂੰ ਕਿ ਤੂੰ ਧੀ ਦੇ ਉੱਪਰ ਭਾਰੂ ਹੈ, ਇਸੇ ਤਰ੍ਹਾਂ ਤੂੰ ਭੈਣ ਦੇ ਉੱਪਰ, ਤੂੰ ਆਪਣੀ ਪਤਨੀ ਦੇ ਉੱਪਰ। ਇਹ ਸਾਰੀਆਂ ਚੀਜ਼ਾਂ ਜੋ ਅਸੀਂ ਉਹਨੂੰ ਸਿਖਾਉਂਦੇ ਆ ਉਹਦੇ ਸਾਹਮਣੇ ਦਿਖਦੀਆਂ ਵੀ ਨੇ। ਜੀ ਉਹੀ ਕਾਰਨ ਹੈ ਕਿ ਉਹ ਸੇਮ ਸੋਚ ਅਗਾਂਹ ਲੈ ਕੇ ਜਾਂਦਾ ਜੇ ਕਿ ਆਪਣੀ ਭੈਣ ਨੂੰ ਨੀਵਾਂ ਪੈਂਦਿਆਂ ਦੇਖਿਆ, ਆਪਣੀ ਮਾਂ ਨੂੰ ਨੀਵਾਂ ਪੈਂਦਾ ਦੇਖਿਆ, ਤਾਂ ਇੱਕ ਅਜਿਹੀ ਔਰਤ ਜਿਸ ਦੇ ਨਾਲ ਉਹਦੀ ਕੋਈ ਪਹਿਲੀ ਸਾਂਝ ਨਹੀਂ ਸੀ, ਵਕਤੀ ਜਿਸਮਾਨੀ ਸੰਬੰਧ ਨੇ, ਕਿਵੇਂ ਉਹਨੂੰ ਇਜਾਜ਼ਤ ਦੇ ਸਕਦਾ ਕਿ ਤੂੰ ਮੇਰੇ ਬਰਾਬਰ ਆ ਜਾਂ ਮੇਰੀ ਸੋਚ ਦੇ ਤੂੰ ਉਤਾਂ ਵੀ ਕਦੇ ਸੋਚ ਸਕਦੀ ਹੈ। ਸੋ ਉਹ ਚੀਜ਼ ਸਾਡੀ ਵਿਗਾੜ ਵਾਲੇ ਪਾਸੇ ਲਿਜਾ ਰਹੀ ਹੈ। ਬੜੇ ਇੰਟ੍ਰਿਕੇਟ ਹੁੰਦੇ ਨੇ ਹਿਊਮਨ ਰਿਲੇਸ਼ਨਸ਼ਿਪ, ਜਿਨ੍ਹਾਂ ਵਿੱਚ ਅਸੀਂ ਸਿਰਫ ਜਿਸਮਾਨੀ ਸੰਬੰਧ ਨੂੰ ਇੱਕ ਰਿਸ਼ਤਾ ਨਹੀਂ ਗਿਣਦੇ, ਮਾਨਸਿਕ ਕਿਸ ਤਰੀਕੇ ਦਾ ਰਿਸ਼ਤਾ ਤੁਸੀਂ ਗੰਢਿਆ, ਇੱਕ ਦੂਜੇ ਦਾ ਸਹਾਰਾ ਬਣੇ, ਕਿਉਂਕਿ ਸਰੀਰਕ ਸੰਬੰਧ ਜਾਂ ਬਾਹਰੀ ਖੂਬਸੂਰਤੀ ਸਦੀਵੀ ਰਹਿਣ ਵਾਲੀ ਨਹੀਂ ਹੁੰਦੀ, ਪਰ ਜੋ ਤੁਹਾਡੇ ਮਨ ਨਾਲ ਸੰਬੰਧ ਜੁੜਦੇ ਨੇ ਉਹ ਤੁਸੀਂ ਇੱਕ ਦੂਜੇ ਲਈ ਬਹੁਤ ਕੁਛ ਵਾਰ ਜਾਂਦੇ ਹੋ ਕਿ ਤੈਨੂੰ ਲੋੜ ਕਿਡਨੀ ਦੀ ਵੀ ਹੈ ਤਾਂ ਸਭ ਤੋਂ ਪਹਿਲਾਂ ਮੈਂ ਦੇਣ ਆਉਣਾ। ਇਹੋ ਜਿਹੀ ਸੋਚ, ਜਾਂ ਤੇਰੇ ਸਿਰ ਪੀੜੇ ਤੇ ਮੈਂ ਅੱਜ ਜਾਗ ਕੇ ਤੇਰਾ ਸਿਰ ਘੁੱਟਦੀ ਆ, ਜਾਂ ਤੇਰੇ ਕੋਈ ਤਕਲੀਫ ਹੈ ਤਾਂ ਭਾਈ ਤੂੰ ਲੇਟ ਜਾ, ਆਪਣੀ ਪਤਨੀ ਨੂੰ ਕਹਿਣਾ ਕਿ ਅੱਜ ਮੈਂ ਤੇਰਾ ਖਿਆਲ ਰੱਖਦਾ। ਇਹ ਚੀਜ਼ਾਂ ਨੇ ਜਿਹੜੀਆਂ ਮੈਟਰ ਕਰਦੀਆਂ ਨੇ ਕਿਸੇ ਰਿਲੇਸ਼ਨ ਨੂੰ ਸਦੀਵੀ ਬਣਾਉਣ ਲਈ, ਲੰਮੇ ਸਮੇਂ ਤੱਕ ਚੱਲਣ ਵਾਲਾ ਬਣਾਉਣ ਲਈ। ਤਾਂ ਇਹ ਜੇ ਸਾਡੀਆਂ ਬੇਟੀਆਂ ਨੂੰ ਸਮਝ ਨਹੀਂ ਆਏਗੀ ਤਾਂ ਉਹ ਸ਼ਿਕਾਰ ਹੁੰਦੀਆਂ ਹੀ ਰਹਿਣਗੀਆਂ, ਕਿਉਂਕਿ ਉਹਨਾਂ ਨੂੰ ਤਾਜ਼ੀ ਆਜ਼ਾਦੀ ਮਿਲੀ ਜੇ, ਬੜੇ ਸਦੀਆਂ ਤੋਂ ਦੱਬੀਆਂ ਰਹੀਆਂ। ਸੋ ਆਮ ਤੌਰ ਤੇ ਬੇਟੀਆਂ ਸੋਚਦੀਆਂ ਨੇ ਕਿ ਮੈਂ ਆਜ਼ਾਦੀ ਸਿਰਫ ਮੇਰੇ ਕੱਪੜੇ ਘਟਣ ਦੇ ਵਿੱਚ ਹੀ ਹੈ, ਜਾਂ ਆਪਣੀ ਮਨਮਰਜ਼ੀ ਦਾ ਮੈਂ ਸਾਥੀ ਲੱਭਣ ਤੱਕ ਹੀ ਸੀਮਤ ਹੈ। ਇਹ ਆਜ਼ਾਦੀ ਨਹੀਂ ਹੁੰਦੀ। ਆਜ਼ਾਦੀ ਕੁਝ ਵੱਖ ਕਿਸਮ ਦੀ ਹੁੰਦੀ ਜੇ, ਜਿੱਥੇ ਤੁਹਾਡੀ ਸੋਚ ਆਜ਼ਾਦ ਹੋਵੇ, ਤੁਹਾਡੇ ਵਿਚਾਰ ਇੰਨੇ ਉੱਚ ਪੱਧਰੀ ਹੋ ਜਾਣ ਕਿ ਲੋਕ ਤੁਹਾਡੇ ਬਦੋ-ਬਦੀ ਨਾਲ ਖਿੱਚੇ ਜਾਣ। ਸੋ ਕੁਛ ਵੱਖ ਤਰ੍ਹਾਂ ਦੀ ਟ੍ਰੇਨਿੰਗ ਜਿੰਨੀ ਕੁ ਬੇਟਿਆਂ ਨੂੰ ਦੇਣ ਦੀ ਲੋੜ ਹੈ, ਓਨੀ ਹੀ ਬੇਟੀਆਂ ਨੂੰ ਦੇਣ ਦੀ ਲੋੜ ਹੈ, ਜਿਸ ਵਿੱਚ ਅਵੇਅਰਨੈਸ ਕ੍ਰਾਈਮ ਦੇ ਬਾਰੇ ਛੋਟੇ ਬੱਚਿਆਂ ਨੂੰ ਦੇਣ ਦੀ ਲੋੜ। UN ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਮੀਡੀਆ ਸੈਂਸਿਟਾਈਜ਼ੇਸ਼ਨ ਇਸ ਵੇਲੇ ਅਹਿਮ ਲੋੜ ਹੈ। ਜਿਹੜੇ ਸਭ ਰੇਪਿਸਟਸ ਨੂੰ ਉਜਾਗਰ ਕਰੀ ਜਾਂਦੇ ਨੇ ਵਾਰ-ਵਾਰ ਵੀ ਉਹਨੂੰ 72 ਘੰਟੇ ਨਹੀਂ ਮਹੀਨਿਆਂ ਬੱਧੀ ਦਿਖਾਈ ਜਾਣਾ, ਜੋ ਕਿ ਛੋਟੇ ਬੱਚੇ ਨੂੰ ਲੱਗਦਾ ਹੈ ਕਿ ਮੇਨ ਹੀਰੋ ਤਾਂ ਇਹੀ ਹੈ ਜਿਹੜਾ ਲਗਾਤਾਰ ਛਾਇਆ ਪਿਆ। ਸੋ ਉੱਥੇ ਮੀਡੀਆ ਸੈਂਸਿਟਾਈਜ਼ੇਸ਼ਨ ਦਾ ਉਹਨਾਂ ਨੇ ਦੱਸਿਆ ਕਿ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਘੱਟ ਉਜਾਗਰ ਕਰਕੇ ਉਹਨਾਂ ਦੇ ਵਿਰੋਧ ਕਰ ਰਹੇ ਬੰਦਿਆਂ ਨੂੰ ਜ਼ਿਆਦਾ ਉਜਾਗਰ ਕਰੋ ਕਿ ਕਿਉਂ ਲੋਕ ਇਹੋ ਜਿਹੇ ਲੋਕਾਂ ਨੂੰ ਪਸੰਦ ਨਹੀਂ ਕਰਦੇ। ਸੋ ਇਹ ਤਬਦੀਲੀ ਆਉਣੀ ਅੱਜ ਦੇ ਦਿਨ ਬਹੁਤ ਜ਼ਰੂਰੀ ਜੇ। ਬਿਲਕੁਲ ਇਸੇ ਹੀ ਤਰ੍ਹਾਂ ਮਾਪਿਆਂ ਨੂੰ ਆਪਣੀ ਸੋਚ ਬਦਲਣੀ ਪੈਣੀ ਹੈ, ਜਿਹੜੇ ਬੇਟੀਆਂ ਤੇ ਬੇਟਿਆਂ ਨੂੰ ਵਾਕਈ ਬਰਾਬਰ ਸਹੀ ਮਾਇਨਿਆਂ ਵਿੱਚ ਘਰ ਦੇ ਵਿੱਚ ਬਰਾਬਰੀ ਦਾ ਦਰਜਾ ਦੇਣ। ਤੇ ਸਮਾਂ ਮੈਮ ਆਪਣੇ ਕੋਲ ਬਹੁਤ ਘੱਟ ਰਹਿ ਗਿਆ, ਜਾਂਦੇ ਜਾਂਦੇ ਤੁਸੀਂ ਸਮਾਜ ਦੇ ਲਈ ਕੀ ਸੁਨੇਹਾ ਦੇਣਾ ਚਾਹੋਗੇ? ਹਾਂ ਬਿਲਕੁਲ, ਦੇਖੋ ਮੈਂ ਬਸ ਇੱਕ ਆਖਰੀ ਇਹੋ ਸੁਨੇਹਾ ਦੇਣਾ ਕਿ ਸਾਡੇ ਲਈ ਸਾਡੇ ਵੱਡੇ ਵਡੇਰਿਆਂ ਨੇ ਬਹੁਤ ਖੂਬਸੂਰਤ ਸਮਾਜ ਸਿਰਜ ਕੇ ਦਿੱਤਾ, ਜਿੱਥੇ ਸਾਂਝਾਂ ਸਨ ਬੜੀਆਂ ਪਿਆਰ ਤੇ ਮੁਹੱਬਤ ਵਾਲੀਆਂ, ਜਿੱਥੇ ਪਿਆਰ ਕੁਛ ਉਹਦੀ ਪਰਿਭਾਸ਼ਾ ਵੱਖ ਹੋਇਆ ਕਰਦੀ ਸੀ, ਬੜਾ ਮਿੱਠਾ ਜਿਹਾ ਸ਼ਬਦ ਸੀ। ਉਸ ਨੂੰ ਅਸੀਂ ਕਿਉਂ ਵਾਸਨਾ ਦੇ ਵੱਲ ਨੂੰ ਤੋਰ ਦਿੱਤਾ? ਜੇ ਅਸੀਂ ਅੱਜ ਵੀ ਉਹੀ ਪਿਆਰ ਜੋ ਅਸੀਂ ਰੱਬ ਨਾਲ ਕਰਦੇ ਹਾਂ ਜਾਂ ਅਸੀਂ ਕੁਦਰਤ ਨਾਲ ਕਰਦੇ ਹਾਂ, ਜੇ ਉਹੀ ਚੀਜ਼ ਉਹੀ ਭਾਵਨਾ ਮਨ ਵਿੱਚ ਅਸੀਂ ਰੱਖੀਏ, ਯਕੀਨਨ ਇਹ ਖਿੱਚ ਧੂ ਵਾਲੀ ਸਾਨੂੰ ਜੋ ਅਸੀਂ ਹੌਲੀ ਹੌਲੀ ਤਬਦੀਲ ਕਰਕੇ ਪਿਆਰ ਨੂੰ ਲੈ ਆਏ ਹਾਂ, ਇਸ ਚੀਜ਼ ਨੂੰ ਅਸੀਂ ਬਚਾ ਜਾਂ ਨੂੰ ਰੋਕ ਸਕਾਂਗੇ। ਸੋ ਅਹਿਮ ਗੱਲ ਜੇ, ਜਿੰਨੀ ਕੁ ਕੁਦਰਤ ਨੇ ਸਾਨੂੰ ਚੀਜ਼ਾਂ ਦਿੱਤੀਆਂ ਉਹੀ ਪਿਆਰ ਵਾਪਸ ਕੁਦਰਤ ਨੂੰ ਜਦੋਂ ਦਵਾਂਗੇ, ਉਂਝ ਹੀ ਸਾਂਝ ਅਸੀਂ ਇਨਸਾਨੀ ਜਿਹੜੀ ਸਾਂਝ ਸਿਰਫ ਜਿਸਮ ਤੱਕ ਸੀਮਤ ਕਰ ਚੁੱਕੇ ਹਾਂ, ਜੇ ਵਾਪਸ ਕਿਤੇ ਨਿੱਘ ਉਹੀ ਰਿਸ਼ਤਿਆਂ ਵਿੱਚ ਭਰ ਸਕੀਏ ਤਾਂ ਬਹੁਤ ਹੀ ਵਧੀਆ ਅਸੀਂ ਕਿਸਮ ਦਾ ਇੱਥੇ ਹੀ ਸਿਰਜ ਲਵਾਂਗੇ ਸਵਰਗ ਜੋ ਅਸੀਂ ਗੱਲ ਕਰਦੇ ਹਾਂ, ਕਿਉਂਕਿ ਅਸੀਂ ਨਰਕ ਵਿੱਚ ਤਾਂ ਪਹੁੰਚੇ ਹੀ ਬੈਠੇ ਹਾਂ। ਪਰ ਉਹ ਸਵਰਗ ਹਰ ਘਰ ਵਿੱਚ ਸਿਰਜਣ ਦੀ ਕੋਸ਼ਿਸ਼ ਕਰੀਏ। ਖੁਸ਼ੀਆਂ ਤੇ ਖੇੜੇ ਵਾਹਿਗੁਰੂ ਕਰੇ ਸਭਨਾਂ ਦੇ ਘਰਾਂ ਵਿੱਚ ਹੋਣ। ਅਸੀਂ ਤਾਂ ਅਦਾਰਾ ਸਾਡਾ ਸਾਰੇ ਦਾ ਸਾਰਾ ਗਲੋਬਲ TV ਦਾ ਇਹੋ ਹੀ
ਸਭਨਾਂ ਦੀ ਅਰਦਾਸ ਕਰਦਾ ਹੈ ਕਿ ਸਾਰੇ ਖੁਸ਼ ਰਹਿਣ। ਪਰ ਯਕੀਨਨ ਜੇ ਅਸੀਂ ਖੁਸ਼ੀ ਵੰਡਾਂਗੇ, ਪਿਆਰ ਵੰਡਾਂਗੇ, ਓਨਾ ਹੀ ਸਾਨੂੰ ਵਾਪਸ ਜ਼ਰੂਰ ਮਿਲੇਗਾ। ਜੀ ਮੈਮ, ਤੇ ਅਖੀਰ ਦੇ ਵਿੱਚ ਅਸੀਂ ਤੁਹਾਡੇ ਤੋਂ ਕੋਈ ਨਾ ਕੋਈ ਟੋਟਕਾ ਜਾਣਨਾ ਚਾਹੁੰਦੇ ਹੁੰਦੇ ਹਾਂ। ਜ਼ਰੂਰੀ ਨਹੀਂ ਹੁੰਦਾ ਕਿ ਉਹ ਖਾਣ ਪੀਣ ਦੇ ਲਈ ਹੋਵੇ, ਜ਼ਰੂਰੀ ਨਹੀਂ ਹੁੰਦਾ ਉਹ ਸਿਹਤ ਦੇ ਲਈ ਹੀ ਹੋਵੇ, ਪਰ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਕੀ ਤੁਸੀਂ ਕੁਝ ਕਹਿਣਾ ਚਾਹੋਗੇ, ਕਿਸੇ ਦਵਾਈ ਨੂੰ ਲੈ ਕੇ, ਕਿਸੇ ਕਸਰਤ ਨੂੰ ਲੈ ਕੇ, ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ? ਹਾਂ ਬਿਲਕੁਲ, ਦੇਖੋ ਇਹ ਜਿਹੜੇ ਮਨ ਵਿੱਚ ਆਉਂਦੇ ਮਾੜੇ ਵਿਚਾਰ ਹੁੰਦੇ ਨੇ ਨਾ, ਉਹਨਾਂ ਲਈ ਅਹਿਮ ਗੱਲ ਹੁੰਦੀ ਜੇ ਅਸੀਂ ਰੂਟੀਨ ਕਸਰਤ ਕਰਨੀ, ਜਿਹਦੇ ਵਿੱਚ ਸਾਡੇ ਸਰੀਰ ਦੇ ਅੰਦਰ ਬੜੇ ਕਮਾਲ ਦੇ ਹਾਰਮੋਨ ਨਿਕਲਦੇ ਨੇ। ਸੋ ਰੋਜ਼ਾਨਾ ਜੇ ਤੁਸੀਂ ਹਫਤੇ ਦੇ ਵਿੱਚ 5 ਦਿਨ ਵੀ 40 ਮਿੰਟ ਦੀ ਤਗੜੀ ਕਸਰਤ, ਤੇਜ਼ ਤੁਰਨਾ ਜਾਂ ਦੌੜਨਾ, ਜੋਗਿੰਗ ਕਰਨੀ, ਸਾਈਕਲਿੰਗ, ਸਵਿਮਿੰਗ, ਕੁਛ ਵੀ, ਪੌੜੀਆਂ ਚੜ੍ਹ ਉਤਰ ਲਓ, ਰੱਸੀ ਟੱਪ ਲਓ। ਸੋ ਜਦੋਂ ਲਗਾਤਾਰ ਇਹੋ ਜਿਹੀ ਤੁਸੀਂ ਕਰਦੇ ਹੋ, ਮਨ ਵਿੱਚੋਂ ਬਹੁਤ ਸਾਰੇ ਮਾੜੇ ਵਿਚਾਰ ਨਿਕਲ ਜਾਂਦੇ ਨੇ। ਪਰ ਜਾਂਦੇ ਜਾਂਦੇ ਇੱਕ ਟੋਟਕਾ ਬਸ ਅੱਧੇ ਕੁ ਸਕਿੰਟ ਦਾ ਵੀ ਦੱਸ ਦਿਆਂ ਕਿ ਸਰਦੀਆਂ ਆ ਰਹੀਆਂ ਨੇ, ਸੋ ਤੁਸੀਂ ਆਪਣੇ ਚਿਹਰੇ ਦੀ ਖੂਬਸੂਰਤੀ ਕਾਇਮ ਰੱਖਣਾ ਚਾਹੁੰਦੇ ਹੋ, ਝੁਰੜੀਆਂ ਘਟਾਉਣੀਆਂ ਚਾਹੁੰਦੇ ਹੋ, ਚਿਹਰੇ ਦੀ ਰੌਣਕ ਓਨੀ ਬਰਕਰਾਰ ਰੱਖਣਾ ਚਾਹੁੰਦੇ ਹੋ, ਤਾਂ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਅੱਧਾ ਚਮਚ ਮਲਾਈ ਤੇ ਅੱਧਾ ਚਮਚ ਸ਼ਹਿਦ ਜ਼ਰੂਰ ਆਪਣੇ ਚਿਹਰੇ ਤੇ 10 ਕੁ ਮਿੰਟ ਮਲ ਕੇ ਰੱਖੋ। ਵਿੱਚ ਜੈਤੂਨ ਦੇ ਤੇਲ ਦੀਆਂ 4 ਕੁ ਬੂੰਦਾਂ ਐਡ ਕਰ ਲਿਓ ਤੇ ਫਿਰ ਉਹਨੂੰ ਲਾਉਣ ਲੱਗਿਆ, ਜਦੋਂ ਤੁਸੀਂ ਉਹ ਲਾ ਦਿੱਤਾ ਆਪਣੇ ਫੇਸ ਪੈਕ, ਲਾਉਣ ਲੱਗਿਆ ਪੋਲਾ ਪੋਲਾ ਇਸ ਤਰ੍ਹਾਂ ਗੋਲ ਮਸਾਜ ਕਰਦਿਆਂ ਸਾਰੇ ਪਾਸੇ, ਫਿਰ ਉਹਨੂੰ ਜਦੋਂ ਲਾਓਗੇ ਤਾਂ ਦੇਖਿਓ ਲਚਕ ਕਿਆ ਖੂਬਸੂਰਤ, ਤੇ ਕਰਿਓ 15 ਕੁ ਦਿਨ ਬਾਅਦ, ਵੇਖਿਓ ਫਿਰ ਚਿਹਰੇ ਦੀ ਰੌਣਕ ਕਿੱਡੀ ਵਧੀਆ ਹੁੰਦੀ ਜੇ। ਤੇ ਫਿਰ ਜ਼ਰੂਰ ਸਾਨੂੰ ਯਾਦ ਕਰ ਲਿਓ ਕਿ ਨਵਦੀਪ ਜੀ ਤੇ ਡਾਕਟਰ ਹਰਸ਼ਿੰਦਰ ਨੇ ਕੁਝ ਇੱਕ ਟੋਟਕਾ ਦੱਸਿਆ ਸੀ। ਸੋ ਉਸ ਚਿਹਰੇ ਦੀ ਖੂਬਸੂਰਤੀ ਦੇ ਵਿੱਚ ਤੇ ਤੁਹਾਡੀ ਪਿਆਰੀ ਜੀ ਮੁਸਕਾਨ ਵਿੱਚ ਸਾਡਾ ਜ਼ਰੂਰ ਯੋਗਦਾਨ ਹੋਏਗਾ। ਜੀ ਮੈਮ, ਜੀ ਮੈਮ, ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਔਰ ਅਖੀਰ ਦੇ ਵਿੱਚ ਸ਼ੁਰੂਆਤ ਦੇ ਵਿੱਚ ਤੁਹਾਡੀ ਕਹਾਣੀ ਤੇ ਅਖੀਰ ਦੇ ਵਿੱਚ ਤੁਹਾਡਾ ਜਿਹੜਾ ਟੋਟਕਾ ਹੈ ਉਹ ਸੁਣਨ ਦੇ ਲਈ ਜਿਹੜੇ ਸਾਡੇ ਦਰਸ਼ਕ ਨੇ ਉਹ ਬੇਹੱਦ ਬੇਚੈਨ ਰਹਿੰਦੇ ਨੇ, ਕਿਉਂਕਿ ਅਕਸਰ ਤੁਹਾਡੀਆਂ ਕਹਾਣੀਆਂ ਤੋਂ ਬਹੁਤ ਕੁਝ ਸੋਚਣ ਨੂੰ, ਸਮਝਣ ਨੂੰ ਤੇ ਸਿੱਖਣ ਨੂੰ ਮਿਲਦਾ ਹੈ ਕਿ ਸਮਾਜ ਕੀ ਚੱਲ ਰਿਹਾ, ਪੁਰਾਣੇ ਸਮੇਂ ਦੇ ਵਿੱਚ ਕੀ ਸੀ। ਸਾਡੇ ਜਿਹੜੇ ਰਾਜੇ ਮਹਾਰਾਜੇ ਸੀ, ਜਿਨ੍ਹਾਂ ਨੂੰ ਅਸੀਂ ਸੈਲਿਊਟ ਕਰਦੇ ਹਾਂ, ਜਿਨ੍ਹਾਂ ਸ਼ਖਸੀਅਤਾਂ ਨੂੰ ਅਸੀਂ ਕਿਤਾਬਾਂ ਦੇ ਵਿੱਚ ਪੜ੍ਹਦੇ ਹਾਂ, ਉਹ ਕਿਸ ਤਰੀਕੇ ਦੀ ਸਨ। ਤਾਂ ਖਾਸ ਕਰਕੇ ਜਿਵੇਂ ਅੱਜ ਦੀ ਕਹਾਣੀ ਦੇ ਵਿੱਚ ਤੁਸੀਂ ਰਾਜਾ ਹਰਿਸ਼ਚੰਦਰ ਬਾਰੇ ਗੱਲ ਕੀਤੀ ਕਿ ਉਹ ਜੇ ਕਿਸੇ ਨੂੰ ਕੁਝ ਦੇਣਾ ਹੁੰਦਾ ਸੀ ਤਾਂ ਉਹ ਆਈ ਦਿੰਦੇ ਸੀਗੇ, ਤਾਂ ਉਹ ਆਈ ਨਹੀਂ ਸੀ ਦਿੰਦੇ। ਤਾਂ ਮੈਨੂੰ ਲੱਗਦਾ ਬਹੁਤ ਸਾਰੇ ਦਰਸ਼ਕ ਨੇ ਜਿਹੜੇ ਦਾਨੀ ਨੇ, ਦਾਨ ਕਰਦੇ ਰਹਿੰਦੇ ਨੇ, ਤਾਂ ਉਹ ਵੀ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਉਣਗੇ। ਤੇ ਉਸ ਤੋਂ ਬਾਅਦ ਅਸੀਂ ਅੱਜ ਦੇ ਟੌਪਿਕ 'ਤੇ ਗੱਲਬਾਤ ਕੀਤੀ, ਅੱਜ ਡਿਸਕਸ਼ਨ ਕਾਫੀ ਚੱਲੀ, ਦੱਸਿਆ ਕਿ ਕਿਹੜੇ ਲੱਛਣ ਨੇ, ਕਿਵੇਂ ਸਾਡਾ ਸਮਾਜ ਕਿੱਥੇ ਜਾ ਰਿਹਾ, ਕਿਵੇਂ ਨੇ ਜਿਹੜੇ ਕ੍ਰਾਈਮ ਵੱਧ ਰਹੇ ਨੇ, ਕਿਵੇਂ ਅਸੀਂ ਆਪਣੇ ਮਨਾਂ ਦੇ ਵਿੱਚ ਇੱਕ ਦੂਜੇ ਲਈ ਇੰਨੀ ਨਫ਼ਰਤ ਭਰ ਲਈ ਹੈ ਕਿ ਅਸੀਂ ਇੱਕ ਦੂਜੇ ਦਾ ਕਤਲ ਕਰਨ ਨੂੰ ਤਿਆਰ ਹੋ ਜਾਂਦੇ ਹਾਂ। ਤੇ ਉੱਥੇ ਹੀ ਬਸ ਨਹੀਂ ਹੁੰਦੀ ਤਾਂ ਕ੍ਰਾਈਮ ਦੇ ਵਿੱਚ ਹੋਰ ਵਾਧਾ ਕਰਨ ਦੇ ਲਈ ਸਾਡਾ ਦਿਮਾਗ, ਸਾਡਾ ਦਿਲ, ਜਿੰਨੀ ਵੀ ਗੰਦਗੀ ਕਹਿ ਦਈਏ ਉਹਨਾਂ ਭਰਿਆ ਹੋਇਆ। ਪਰ ਉਸ ਦੇ ਲਈ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਕਿ ਮਾਪੇ ਇਹਨਾਂ ਗੱਲਾਂ ਵੱਲ ਬੇਹੱਦ ਧਿਆਨ ਦੇਣ ਕਿ ਕੁੱਖ ਤੋਂ ਲੈ ਕੇ ਸਕੂਲ ਤੱਕ, ਸਕੂਲ ਤੋਂ ਲੈ ਕੇ ਕਾਲਜ ਤੱਕ, ਤੇ ਕਾਲਜ ਤੋਂ ਲੈ ਕੇ ਸਮਾਜ ਤੱਕ, ਕਿ ਅਸੀਂ ਜਿਹੜੇ ਬੱਚੇ ਜੰਮੇ ਨੇ ਅਸੀਂ ਸਮਾਜ ਨੂੰ ਕੀ ਦੇਣ ਦੇ ਰਹੇ ਹਾਂ, ਉਹਨਾਂ ਵੱਲ ਧਿਆਨ ਜ਼ਰੂਰ ਦਿੱਤਾ ਜਾਵੇ। ਆਪਣੇ ਬੱਚਿਆਂ ਨੂੰ ਅਜਿਹੀ ਪਰਵਰਿਸ਼, ਅਜਿਹਾ ਮਾਹੌਲ ਦਿੱਤਾ ਜਾਵੇ ਤਾਂ ਕਿ ਕੋਈ ਵੀ ਅਜਿਹਾ ਕ੍ਰਾਈਮ ਨਾ ਕਰ ਸਕੇ, ਕਿਉਂਕਿ ਜਦੋਂ ਵੀ ਉਂਗਲ ਉੱਠਦੀ ਹੈ ਤਾਂ ਉੱਥੇ ਚੇਤੇ ਮਾਪਿਆਂ ਨੂੰ ਹੀ ਕੀਤਾ ਜਾਂਦਾ। ਉਹ ਸਿੱਧੀ ਜਿਹੜੀ ਉਂਗਲ ਹੁੰਦੀ ਆ ਉਹ ਮਾਪਿਆਂ ਦੇ ਵੱਲ ਹੀ ਹੁੰਦੀ ਹੈ। ਸੋ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਰੱਖੋ ਤਾਂ ਕਿ ਅਸੀਂ ਆਪਣੇ ਸਮਾਜ ਨੂੰ ਬਹੁਤ ਸੋਹਣਾ ਬਣਾ ਸਕੀਏ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਕੁਝ ਖਾਸ ਰਿਹਾ ਤੇ ਅਖੀਰ 'ਚ ਜਿਹੜੀ ਗੱਲ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਝੁਰੜੀਆਂ ਦਾ ਆਪਣਾ ਇਲਾਜ ਕਰ ਸਕਦੇ ਹੋ, ਕਿਉਂਕਿ ਹਰ ਇੱਕ ਇਨਸਾਨ ਚਾਹੁੰਦਾ ਕਿ ਮੇਰਾ ਚਿਹਰਾ ਜਿਹੜਾ ਖੂਬਸੂਰਤ ਹੋਵੇ। ਤਾਂ ਸਾਡੇ ਵਰਗੇ ਵੀ ਮੇਕਅਪ ਕਰ ਕਰਕੇ ਟੈਲੀਵਿਜ਼ਨ ਦੇ ਅੱਗੇ ਬਹਿੰਦੇ ਨੇ ਤੇ ਅਸੀਂ ਵੀ ਨਹੀਂ ਚਾਹੁੰਦੇ ਕਿ ਸਾਨੂੰ ਸਾਡੇ ਫੇਸ ਤੇ ਕੁਝ ਵੀ ਅਜਿਹਾ ਦਿਖਾਈ ਦੇਵੇ ਕਿ ਦਰਸ਼ਕਾਂ ਨੂੰ ਅਸੀਂ ਪਸੰਦ ਆਉਣੋਂ ਹਟ ਜਾਈਏ। ਸੋ ਕੋਸ਼ਿਸ਼ ਕਰਾਂਗੇ ਕਿ ਸਰਦੀਆਂ ਨੇੜੇ ਆ ਰਹੀਆਂ ਨੇ ਤਾਂ ਵੱਖ-ਵੱਖ ਮੁਲਕਾਂ ਦੇ ਵਿੱਚ ਬੜੀ ਠੰਡ ਪੈ ਰਹੀ ਹੈ, ਕਈਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਬਰਫ਼ ਵੀ ਪਵੇਗੀ। ਸੋ ਸਾਰਿਆਂ ਨੇ ਮਲਾਈ, ਸ਼ਹਿਦ ਤੇ ਜੈਤੂਨ ਦਾ ਤੇਲ ਆਪਣੇ ਘਰਾਂ ਦੇ ਵਿੱਚ ਜ਼ਰੂਰ ਰੱਖਣਾ ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ। ਫੇਸਬੁੱਕ ਤੇ YouTube ਦੇ ਜ਼ਰੀਏ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਜ਼ਰੂਰ ਵੇਖਿਆ ਕਰੋ। ਜਿਹੜੇ ਦਰਸ਼ਕ ਟੈਲੀਵਿਜ਼ਨ ਤੇ ਨਹੀਂ ਦੇਖ ਪਾਉਂਦੇ, ਅਸੀਂ ਆਪਣੇ ਪ੍ਰੋਗਰਾਮ ਨੂੰ ਗਲੋਬਲ ਪੰਜਾਬ ਦੇ ਜ਼ਰੀਏ ਉੱਥੇ ਵੀ ਅਪਲੋਡ ਕਰਦੇ ਹਾਂ। ਤੁਹਾਡੇ ਸਵਾਲ ਸੁਝਾਅ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਨੇ। ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਫੇਸਬੁੱਕ ਤੇ YouTube ਦੇ ਜ਼ਰੀਏ ਜ਼ਰੂਰ ਦਈਏ।
ਕਹੀਏ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਨਾ ਹੀ ਜੀ, ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ ਦੇ ਵਿੱਚ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।